गुड इवनिंग, सत श्री अकाल, नमस्कार, आदाब अर्ज़, अस्सलाम वालेकुम। ਅੱਜ ਮੈਂ ਲੁਧਿਆਣੇ ਤੋਂ ਲੈ ਕੇ ਸਾਰਾ ਪੰਜਾਬ ਗਾਂਦੇ ਹੋਏ ਜੰਮੂ ਤੱਕ ਟਰੈਵਲ ਕੀਤਾ ਤਾਂ ਬੜਾ ਅਫਸੋਸ ਹੋਇਆ ਦੇਖ ਕੇ ਕਿ ਥਾਂ ਥਾਂ 'ਤੇ ਧੂੰਆਂ ਧੁਆਕੜ ਖੇਤ ਜਲਦੇ ਹੋਏ। ਉੱਪਰੋਂ ਡਰ ਇਸ ਗੱਲ ਦਾ ਕਿ ਥੋੜ੍ਹੇ ਦਿਨਾਂ ਬਾਅਦ ਦੀਵਾਲੀ ਆਊਗੀ ਤਾਂ ਬੜਾ ਮਨ ਨੂੰ ਸੋਚ ਕੇ ਹੋਇਆ ਕਿ ਇਹ ਸਾਰਾ ਮਹੀਨਾ, ਸਗੋਂ ਅਕਤੂਬਰ ਦਾ ਅਖੀਰਲਾ ਹਫਤਾ, ਮੁੜ ਕੇ ਨਵੰਬਰ ਦਾ ਪਹਿਲਾ, ਦੂਜਾ ਅਤੇ ਤੀਜਾ ਹਫਤਾ, ਇੱਕ ਮਹੀਨਾ ਕਹਿ ਲਓ ਪੂਰਾ, ਕਿ ਅਸੀਂ ਸਾਹ ਵੀ ਸੌਖਾ ਨਹੀਂ ਲੈ ਸਕਾਂਗੇ। ਤਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ, ਚਲੋ ਤੁਹਾਡੇ ਸਾਰਿਆਂ ਨਾਲ ਮੈਂ ਗੱਲ ਕਰਾਂ। ਤਾਂ ਫਿਰ ਜ਼ਹਿਨ ਦੇ ਵਿੱਚ ਇੱਕੋ ਚੀਜ਼ ਸੀ, ਪਰਾਲੀ, ਦੀਵਾਲੀ ਅਤੇ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ। ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਮੈਂ ਇਹ ਚਾਹੂੰਗਾ ਕਿ ਆਪਾਂ ਇਹ ਸਮਝੀਏ ਕਿ ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਇੱਕ ਸਾਈਕਲ ਦਿੱਤਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਾਰਬਨ ਸਾਈਕਲ। ਬੜੀ ਖੂਬਸੂਰਤ ਜੀ ਗੱਲ ਹੈ ਕਿ ਜਿਹੜੇ ਜੀਵ ਜੰਤੂ ਨੇ, ਖਾਸ ਕਰ ਪੌਦੇ ਨੇ, ਭਾਵੇਂ ਉਹ ਦਰਖਤ ਹੈ, ਭਾਵੇਂ ਉਹ ਝਾੜੀਆਂ ਨੇ, ਭਾਵੇਂ ਉਹ ਖੇਤਾਂ ਦੇ ਵਿੱਚ ਉਗਦੇ ਬੂਟੇ ਨੇ, ਸੂਰਜ ਦੀ ਕਿਰਨਾਂ ਤੋਂ ਤਾਕਤ ਲੈ ਕੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਲੈ ਕੇ, ਭੂਮੀ ਦੇ ਵਿੱਚੋਂ ਜ਼ਰੂਰੀ ਤੱਤ ਲੈ ਕੇ, ਅਤੇ ਆਪਣਾ ਹਰਾ ਮਾਦਾ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ, ਗ੍ਰੀਨ ਪਿਗਮੈਂਟ, ਉਹ ਲੈ ਕੇ ਪਰਮਾਤਮਾ ਨੇ ਪੌਦਿਆਂ ਨੂੰ ਇੱਕ ਸ਼ਕਤੀ ਦਿੱਤੀ ਹੈ ਆਪਣਾ ਖਾਣਾ ਆਪ ਬਣਾਉਣ ਵਾਸਤੇ, ਜਿਹਨੂੰ ਅਸੀਂ ਕਹਿੰਦੇ ਹਾਂ ਫੋਟੋਸਿੰਥੇਸਿਸ। ਦੇਖੋ ਕਿੰਨੀ ਖੂਬਸੂਰਤ ਗੱਲ ਹੈ ਕਿ ਇਨਸਾਨ ਜਾਂ ਹੈਵਾਨ, ਮੇਰਾ ਕਹਿਣ ਦਾ ਭਾਵ ਹੈ ਜਾਨਵਰ, ਆਪਣਾ ਖਾਣਾ ਆਪ ਨਹੀਂ ਬਣਾ ਸਕਦੇ। ਪੌਦੇ ਜਿਹੜੇ ਨੇ ਉਹ ਆਪਣਾ ਖਾਣਾ ਆਪ ਬਣਾਉਂਦੇ ਆ। ਨਾ ਸਿਰਫ ਆਪਣਾ ਖਾਣਾ ਆਪ ਬਣਾਉਂਦੇ ਹੈ, ਸਗੋਂ ਜਾਨਵਰ ਪੌਦਿਆਂ 'ਤੇ ਡਿਪੈਂਡੈਂਟ ਹੈ, ਇਨਸਾਨ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਪੌਦਿਆਂ 'ਤੇ ਡਿਪੈਂਡੈਂਟ ਹੈ। ਜੇ ਉਹ ਵੈਜੀਟੇਰੀਅਨ ਹੈ ਤਾਂ ਉਹ ਪੂਰੀ ਤਰ੍ਹਾਂ ਪੌਦਿਆਂ 'ਤੇ ਡਿਪੈਂਡੈਂਟ ਹੈ। ਜੇ ਉਹ ਨਾਨ ਵੈਜੀਟੇਰੀਅਨ ਹੈ ਤਾਂ ਉਹ ਪੌਦਿਆਂ 'ਤੇ ਵੀ ਡਿਪੈਂਡੈਂਟ ਹੈ ਅਤੇ ਜਾਨਵਰਾਂ 'ਤੇ ਵੀ ਡਿਪੈਂਡੈਂਟ, ਅਤੇ ਜਾਨਵਰ ਗਾਂ ਫਿਰ ਪੌਦੇ 'ਤੇ ਡਿਪੈਂਡੈਂਟ ਹੈ। ਦੂਸਰੀ ਖੂਬਸੂਰਤ ਚੀਜ਼ ਪਰਮਾਤਮਾ ਨੇ ਇਹ ਕੀਤੀ ਹੈ ਕਿ ਜਦੋਂ ਫੋਟੋਸਿੰਥੇਸਿਸ ਹੈ, ਖਾਣਾ ਬਣਾਉਣ ਦਾ ਜਿਹੜੀ ਕਿਰਿਆ, ਉਹਦੇ ਵਿੱਚ ਪਲਾਂਟਸ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਹੈ ਅਤੇ ਆਕਸੀਜਨ ਹਵਾ ਦੇ ਵਿੱਚ ਛੱਡਦੇ ਹੈ। ਦੂਜੇ ਬੰਨੇ ਭਾਵੇਂ ਪਲਾਂਟਸ ਨੇ, ਭਾਵੇਂ ਜਾਨਵਰ ਨੇ, ਭਾਵੇਂ ਇਨਸਾਨ ਹੈ, ਅਸੀਂ ਸਾਰੇ ਆਪਣੀ ਸਾਹ ਦੀ ਕਿਰਿਆ, ਅਸੀਂ ਸਾਰੇ ਸਾਹ ਲੈਂਦੇ ਹਾਂ। ਪੌਦੇ ਵੀ ਸਾਡੀ ਤਰ੍ਹਾਂ ਸਾਹ ਲੈਂਦੇ ਹੈ, ਕਾਰਬਨ ਡਾਈਆਕਸਾਈਡ ਛੱਡਦੇ ਹੈ, ਆਕਸੀਜਨ ਲੈਂਦੇ ਹੈ। ਅਸੀਂ ਸਾਹ ਰਾਹੀਂ ਆਕਸੀਜਨ ਅੰਦਰ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡਦੇ। ਹੁਣ ਖੂਬਸੂਰਤੀ ਜਾਨਵਰ ਅਤੇ ਇਨਸਾਨ ਔਰ ਪੌਦਿਆਂ ਦੇ ਵਿੱਚ ਇਹ ਹੈ ਕਿ ਪੌਦੇ ਆਕਸੀਜਨ ਛੱਡਦੇ ਹੈ ਫੋਟੋਸਿੰਥੇਸਿਸ ਦੇ ਵਿੱਚ ਅਤੇ ਕਾਰਬਨ ਡਾਈਆਕਸਾਈਡ ਲੈਂਦੇ ਹੈ। ਪਰ ਦੂਜੇ ਬੰਨੇ ਸਾਹ ਦੀ ਕਿਰਿਆ ਦੇ ਵਿੱਚ ਜਿਵੇਂ ਅਸੀਂ ਆਕਸੀਜਨ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਪਰ ਫਰਕ ਇਹ ਹੈ ਕਿ ਫੋਟੋਸਿੰਥੇਸਿਸ ਸਾਰਾ ਦਿਨ ਹੁੰਦੀ ਹੈ, ਜਿਹੜੀ ਸਾਹ ਦੀ ਕਿਰਿਆ ਇਹ ਸਾਰਾ ਦਿਨ ਅਤੇ ਸਾਰੀ ਰਾਤ ਵੀ ਹੁੰਦੀ ਹੈ। ਪਰ ਫਿਰ ਵੀ ਪੂਰੇ ਦਿਨ ਦੇ ਵਿੱਚ ਕਾਰਬਨ ਡਾਈਆਕਸਾਈਡ ਪਲਾਂਟਸ ਜਿਹੜੇ ਨੇ ਹਵਾ ਦੇ ਵਿੱਚੋਂ ਲੈ ਕੇ ਉਹਨੂੰ ਸਿਕਵੈਸਟਰ ਕਰਦੇ ਹੈ, ਉਹਨੂੰ ਸਾਂਭਦੇ ਹੈ ਕਾਰਬਨ ਡਾਈਆਕਸਾਈਡ ਤੋਂ। ਫਿਰ ਇਹਨਾਂ ਦਾ ਉਹ ਤੁਸੀਂ ਕਹਿ ਲਓ, ਜੇ ਦਰਖਤ ਹੈ ਤਾਂ ਬੂਟੇ ਬਣਦੇ ਹੈ, ਪੱਤੇ ਬਣਦੇ ਹੈ, ਹਰਾ ਮਾਦਾ ਬਣਦਾ, ਬਾਇਓਮਾਸ ਬਣਦਾ ਜੇ ਛੋਟੇ ਬੂਟੇ ਖੇਤਾਂ ਦੇ ਵਿੱਚ। ਸੋ ਅਲਟੀਮੇਟਲੀ ਕੁਦਰਤ ਨੇ ਇਹ ਬਣਾਇਆ ਕਿ ਜਿਹੜੀ ਚੀਜ਼ ਇਸ ਧਰਤੀ ਦੇ ਵਿੱਚੋਂ ਉਪਜੀ ਹੈ, ਉਸ ਚੀਜ਼ ਨੇ ਇਸ ਧਰਤੀ ਦੇ ਵਿੱਚ ਸਮਾ ਜਾਣਾ। ਹੁਣ ਆਪਾਂ ਗੱਲ ਕਰੀਏ, ਕਾਰਬਨ ਡਾਈਆਕਸਾਈਡ ਲੈ ਕੇ ਜੀਵ ਜੰਤੂ, ਖਾਸ ਕਰ ਜਿਹੜੇ ਪੌਦੇ ਸੀਗੇ, ਉਹਨਾਂ ਨੇ ਕਾਰਬਨ ਡਾਈਆਕਸਾਈਡ ਲੈ ਲਈ, ਬਾਇਓਮਾਸ ਬਣ ਗਿਆ। ਭਾਵੇਂ ਉਹ ਪੱਤੇ ਝੜ ਗਏ, ਜ਼ਮੀਨ 'ਤੇ ਆ ਗਏ, ਭਾਵੇਂ ਉਹ ਜਿਹੜੀ ਲੱਕੜ ਹੈ ਜਾਂ ਟਾਹਣੀਆਂ ਨੇ ਜਾਂ ਛਿੱਟੀਆਂ ਨੇ, ਉਹ ਸਾਰੀਆਂ ਜ਼ਮੀਨ ਦੇ ਵਿੱਚ ਰਲਦੀਆਂ। ਫਿਰ ਉਹ ਜ਼ਮੀਨ ਦੇ ਵਿੱਚ ਆਰਗੈਨਿਕ ਕਾਰਬਨ ਬਣਦਾ, ਹੌਲੀ ਹੌਲੀ ਫਿਰ ਉਹ ਡੀਕੰਪੋਜ਼ ਹੋ ਕੇ ਕਾਰਬਨ ਡਾਈਆਕਸਾਈਡ ਬਣਦਾ ਹੋਇਆ ਐਟਮੋਸਫੇਅਰ ਦੇ ਵਿੱਚ ਚਲਾ ਜਾਂਦਾ।
ਫਿਰ ਪਲਾਂਟਸ ਉਹੀ ਕਾਰਬਨ ਡਾਈਆਕਸਾਈਡ ਨੂੰ ਸਿਕੁਐਸਟਰ ਕਰਦੇ ਆ, ਉਹਨੂੰ ਲੈਂਦੇ ਆ ਅਤੇ ਜ਼ਮੀਨ ਦੇ ਵਿੱਚ ਸਾਂਭ ਲੈਂਦੇ ਆ। ਇਹ ਸਾਰੇ ਨੂੰ ਅਸੀਂ ਕਹਿੰਦੇ ਹਾਂ ਕਾਰਬਨ ਸਾਈਕਲ। ਔਰ ਇਸ ਕਾਰਬਨ ਸਾਈਕਲ ਦਾ ਸਦਕਾ ਹੀ ਪੌਦਿਆਂ ਦਾ, ਜਾਨਵਰਾਂ ਦਾ ਔਰ ਇਨਸਾਨ ਦਾ ਇਸ ਧਰਤੀ 'ਤੇ ਜਿਉਣਾ ਸੌਖਾ ਹੋ ਜਾਂਦਾ। ਜੇ ਇਹ ਕਾਰਬਨ ਡਾਈਆਕਸਾਈਡ ਨਾ ਹੁੰਦਾ ਤਾਂ ਸ਼ਾਇਦ ਕੁਦਰਤ ਨੇ ਜਿਹੜੀ ਕਾਰਬਨ ਡਾਈਆਕਸਾਈਡ ਸਾਂਭ ਕੇ, ਮੈਂ ਕਹੂੰਗਾ ਫਾਸਿਲ ਫਿਊਲ ਜਿਹਨੂੰ ਅਸੀਂ ਕਹਿੰਦੇ ਹਾਂ, ਭਾਵੇਂ ਉਹ ਕੋਲਾ ਭਾਵੇਂ ਤੇਲ ਹੈ, ਜ਼ਮੀਨ ਦੀ ਅੰਦਰੂਨੀ ਸਤ੍ਹਾ ਦੇ ਵਿੱਚ ਉਹ ਜਮ੍ਹਾਂ ਕੀਤੀ ਹੋਈ ਹੈ। ਸ਼ਾਇਦ ਇਸੇ ਕਰਕੇ ਕਿ ਪਹਿਲਾਂ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਕਰਕੇ ਸਾਡਾ ਇਹ ਧਰਤੀ ਦਾ ਗੋਲਾ ਬਹੁਤ ਗਰਮ ਸੀ, ਉਹ ਸਾਰੀ ਕਾਰਬਨ ਡਾਈਆਕਸਾਈਡ ਉਹਨੂੰ ਥੱਲੇ ਦੱਬ ਦਿੱਤਾ, ਜ਼ਮੀਨ ਦੇ ਥੱਲੇ ਦੱਬਤਾ ਬਈ ਉੱਥੇ ਦੱਬਿਆ ਰਹਿ ਜਾਵੇ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਹੈ ਹਵਾ ਦੇ ਵਿੱਚ ਘੱਟ ਜਾਵੇ। ਹੁਣ ਭਾਵੇਂ ਬੂਟਾ ਪਲਾਂਟ ਮਰਦਾ, ਭਾਵੇਂ ਜਾਨਵਰ ਮਰਦਾ, ਭਾਵੇਂ ਇਨਸਾਨ ਮਰਦਾ, ਇਹ ਸਾਰੀਆਂ ਚੀਜ਼ਾਂ ਮੁੜ ਕੇ ਫਿਰ ਮਿੱਟੀ ਦਾ ਹਿੱਸਾ ਬਣਦੀਆਂ ਨੇ। ਔਰ ਮਿੱਟੀ ਦੇ ਹਿੱਸੇ ਦੇ ਵਿੱਚ ਖਾਸ ਤੌਰ 'ਤੇ ਆਰਗੈਨਿਕ ਕਾਰਬਨ ਜਾਂ ਆਰਗੈਨਿਕ ਮੈਟਰ ਬਣਦਾ। ਉਹ ਮੁੜ ਕੇ ਆਰਗੈਨਿਕ ਮੈਟਰ ਫਿਰ ਕਾਰਬਨ ਡਾਈਆਕਸਾਈਡ ਬਣ ਕੇ ਹੌਲੀ ਹੌਲੀ ਮੇਬੀ 1 ਸਾਲ, ਮੇਬੀ 5 ਸਾਲ, ਮੇਬੀ 10 ਸਾਲ, ਇਹ ਡਿਪੈਂਡ ਕਰਦਾ ਹੈ ਕਿ ਕਿਹੋ ਜਿਹਾ ਮੌਸਮ ਹੈ, ਕਿੱਦਾਂ ਦਾ ਟੈਂਪਰੇਚਰ ਹੈ, ਕਿੱਦਾਂ ਦੀ ਮੋਇਸਚਰ ਮਿਲਦੀ ਹੈ, ਜਿਹੜੀ ਕਿ ਆਰਗੈਨਿਕ ਕਾਰਬਨ ਦੇ ਡੀਕੰਪੋਜੀਸ਼ਨ ਦੇ ਵਿੱਚ ਸਹਾਈ ਹੁੰਦੀ ਹੈ। ਇੱਥੇ ਮੈਂ ਇਹ ਗੱਲ ਕਰਾਂ ਕਿ ਜੇ ਤਾਂ ਠੰਡੇ ਇਲਾਕੇ ਨੇ ਤਾਂ ਬਹੁਤ ਸਾਰਾ ਕਾਰਬਨ ਜਿਹੜਾ ਉਹ ਜ਼ਮੀਨ ਦੇ ਵਿੱਚ ਦੱਬਿਆ ਰਹਿ ਜਾਂਦਾ, ਅਤੇ ਜੇ ਗਰਮ ਇਲਾਕੇ ਨੇ ਉਹਨੂੰ ਮੋਇਸਚਰ ਮਿਲਦੀ ਹੈ, ਨਮੀ ਮਿਲਦੀ ਹੈ, ਤਾਂ ਬਹੁਤ ਸਾਰਾ ਕਾਰਬਨ ਜਿਹੜਾ ਉਹ ਫਿਰ ਕਾਰਬਨ ਡਾਈਆਕਸਾਈਡ ਬਣ ਕੇ ਆਉਂਦਾ। ਹੁਣ ਸਵਾਲ ਇਹ ਇੱਥੇ ਉਪਜਦਾ ਹੈ ਕਿ ਅਸੀਂ ਇਸ ਕਾਰਬਨ ਸਾਈਕਲ ਨੂੰ ਡਿਸਟਰਬ ਕਰ ਚੁੱਕੇ ਹਾਂ। ਕਿਵੇਂ? ਜਿਹੜੇ ਦਰਖਤ ਹੁੰਦੇ ਸੀ ਜਿਨ੍ਹਾਂ ਨੇ ਕਾਰਬਨ ਸੀਕੁਐਸਟ੍ਰੇਸ਼ਨ ਕਰਨੀ ਹੈ ਜਾਂ ਕਾਰਬਨ ਨੂੰ ਭੂਮੀ ਦੇ ਵਿੱਚ ਸਾਂਭਣਾ, ਉਹ ਦਰਖਤ ਤਾਂ ਅਸੀਂ ਕੱਟਤੇ, ਜੰਗਲ ਕੱਟਤੇ। ਹੁਣ ਜੰਗਲਾਂ ਦੀ ਥਾਂ 'ਤੇ ਕੀ ਹੋ ਗਿਆ? ਤੁਹਾਡੇ ਖੇਤ ਆ ਗਏ। ਹੁਣ ਖੇਤ ਵੀ ਠੀਕ ਸੀਗੇ ਕਿਉਂਕਿ ਤੁਸੀਂ ਤਾਂ ਕਹੋਗੇ ਬਈ ਖੇਤ ਦੇ ਵਿੱਚ ਵੀ ਬੂਟੇ ਉਪਜਦੇ ਆ, ਪਰ ਸਵਾਲ ਇਹ ਹੈ ਕਿ ਉਹ ਖੇਤ ਦੇ ਵਿੱਚ ਜੇ ਪਾਣੀ ਖੜਾ ਰਹਿੰਦਾ ਹੈ, ਹੁਣ ਮੰਨ ਲਓ ਜੇ ਝੋਨੇ ਦੀ ਫਸਲ ਹੈ, ਤਾਂ ਉਸ ਖੇਤ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਦੀ ਥਾਂ 'ਤੇ ਮੀਥੇਨ ਗੈਸ ਉਪਜ ਹੁੰਦੀ ਹੈ। ਔਰ ਮੀਥੇਨ ਗੈਸ ਨੂੰ ਵੀ ਅਸੀਂ ਗ੍ਰੀਨ ਹਾਊਸ ਗੈਸ ਕਹਿੰਦੇ ਹਾਂ, ਪਰ ਮੀਥੇਨ ਗੈਸ ਕਾਰਬਨ ਡਾਈਆਕਸਾਈਡ ਨਾਲੋਂ 100% ਵੱਧ ਹਾਨੀਕਾਰਕ ਗ੍ਰੀਨ ਹਾਊਸ ਗੈਸ ਸਾਬਤ ਹੁੰਦੀ ਹੈ। ਦੂਜੇ ਬੰਨੇ ਤੁਸੀਂ ਦੇਖੋ, ਜਿਹੜਾ ਪ੍ਰਮਾਤਮਾ ਨੇ ਫਾਸਿਲ ਫਿਊਲ ਜ਼ਮੀਨ ਦੀ ਅੰਦਰੂਨੀ ਸਤ੍ਹਾ ਦੇ ਵਿੱਚ ਦੱਬਿਆ ਹੋਇਆ ਸੀ, ਅਸੀਂ ਉਹਨੂੰ ਕੱਢ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਕੋਲਾ ਕੱਢਿਆ ਜਾਂਦਾ, ਅਸੀਂ ਕੋਲਾ ਕੱਢ ਕੇ ਉਹਨੂੰ ਥਰਮਲ ਪਲਾਂਟਸ ਦੇ ਵਿੱਚ ਕਰਦੇ ਹਾਂ, ਬਿਜਲੀ ਪੈਦਾ ਕਰਦੇ ਹਾਂ, ਅਤੇ ਉਹ ਕੋਲਾ ਸਾਰਾ ਕਾਰਬਨ ਡਾਈਆਕਸਾਈਡ। ਜਿਹੜਾ ਪ੍ਰਮਾਤਮਾ ਨੇ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਕੋਲਾ ਜਾਂ ਤੇਲ ਜਿਹਨੂੰ ਮੈਂ ਪੈਟਰੋਲੀਅਮ ਕਹਾਂ, ਪੈਟਰੋਲੀਅਮ ਪਦਾਰਥ ਜ਼ਮੀਨ ਦੀ ਅੰਦਰੂਨੀ ਸਤ੍ਹਾ ਦੇ ਵਿੱਚ ਦੱਬੇ ਹੋਏ ਸੀ, ਉਹਨੂੰ ਅਸੀਂ ਕੱਢ ਕੇ ਵਾਪਸ ਹਵਾ ਦੇ ਵਿੱਚ, ਵਾਪਸ ਐਟਮੋਸਫੇਅਰ ਦੇ ਵਿੱਚ ਭੇਜ ਰਹੇ ਹਾਂ ਇਨ ਦਾ ਫਾਰਮ ਆਫ ਗ੍ਰੀਨ ਹਾਊਸ ਗੈਸਿਸ। ਭਾਵੇਂ ਉਹ ਕਾਰਬਨ ਡਾਈਆਕਸਾਈਡ ਹੈ, ਭਾਵੇਂ ਕਾਰਬਨ ਮੋਨੋਆਕਸਾਈਡ ਹੈ, ਭਾਵੇਂ ਨਾਈਟ੍ਰੋਜਨ ਆਕਸਾਈਡ ਗੈਸਿਸ ਨੇ। ਸੋ ਇਹ ਆ ਗਿਆ ਕਿ ਕੁਦਰਤ ਨੇ ਜਿਹੜਾ ਸਾਨੂੰ ਕਾਰਬਨ ਸਾਈਕਲ ਦਿੱਤਾ ਸੀ, ਇਹਨੂੰ ਕੰਪਲੀਟਲੀ ਡਿਸਟਰਬ ਕਰਤਾ। ਸਾਡੇ ਗੱਡੀਆਂ ਦਾ ਧੂੰਆਂ, ਤੁਸੀਂ ਪੈਟਰੋਲੀਅਮ ਕੱਢ ਰਹੇ ਹੋ, ਗੱਡੀਆਂ ਦੇ ਵਿੱਚ ਬਾਲਦੇ ਹੋ, ਉਹ ਧੂੰਆਂ ਸਾਰਾ ਜਾ ਰਿਹਾ, ਜਿਹਦੇ ਸਦਕਾ ਤੁਹਾਡਾ ਇਹ ਅਕਤੂਬਰ ਅਤੇ ਨਵੰਬਰ ਦਾ ਮਹੀਨਾ, ਹੁਣ ਹਰ ਸਾਲ ਅਸੀਂ ਇਹ ਦੇਖਦੇ ਹਾਂ ਕਿ ਸਾਹ ਲੈਣ ਵੱਲੋਂ ਵੀ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਹੁਣ ਸਵਾਲ ਇਹ ਆਉਂਦਾ ਹੈ ਕਿ ਇਹ ਜਿਹੜਾ ਹਵਾ ਦਾ ਪ੍ਰਦੂਸ਼ਣ, ਇਹਦੇ ਕਾਰਨ, ਜਿਵੇਂ ਪਹਿਲਾਂ ਕਿਹਾ, ਜੰਗਲਾਂ ਦਾ ਖਤਮ ਹੋ ਜਾਣਾ, ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਦਰੱਖਤਾਂ ਦੀ ਕਟਾਈ। ਮੈਨੂੰ ਹੈਰਾਨਗੀ ਹੁੰਦੀ ਹੈ ਕਿ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਦਰੱਖਤ ਮਾੜਾ ਮੋਟਾ ਇੱਕਾ ਦੁੱਕਾ ਦਰੱਖਤ ਲੱਗੇ ਸੀ, ਉਹਨੂੰ ਵੀ ਕੱਟੀ ਜਾ ਰਹੇ ਡਿਵੈਲਪਮੈਂਟ ਦੇ ਨਾਂ 'ਤੇ। ਨਹੀਂ ਜੀ ਇਹ ਤਾਂ ਸੜਕ ਬਣਨੀ ਹੈ, ਇਹ 4 ਲੇਨ ਬਣਨੀ ਹੈ, ਇਹ 6 ਲੇਨ ਉਹ ਵੀ ਆਪਾਂ ਡਿਮਾਂਡ ਕਰਦੇ ਆ ਨਾ, ਇਹ ਕਾਮਨ ਮੈਨ ਡਿਮਾਂਡ ਕਰਦਾ, ਨਹੀਂ ਜੀ ਇਹ ਤਾਂ ਹੁਣ ਸੜਕ ਬੜੀ, ਇੱਥੇ ਤਾਂ ਐਕਸੀਡੈਂਟ ਬੜੇ ਹੋ ਰਹੇ, ਮੇਰੀ ਜੀ ਗੱਡੀ ਦੀ ਸਪੀਡ ਨਹੀਂ ਬਣਦੀ, ਇਹਨੂੰ ਆਪਾਂ 4 ਲੇਨ ਕਰ ਦਈਏ। 4 ਲੇਨ ਕਰਤਾ, ਨਹੀਂ ਜੀ ਹੁਣ ਟ੍ਰੈਫਿਕ ਵੱਧ ਗਿਆ, ਇਹਨੂੰ 6 ਲੇਨ ਕਰ ਦਈਏ। ਉਹ ਫਿਰ ਜਿੰਨੇ ਦਰੱਖਤ ਲੱਗੇ ਹੈ ਸੜਕਾਂ ਦੀ ਸਾਈਡ 'ਤੇ, ਉਹਨੂੰ ਅਸੀਂ ਕੱਟੀ ਜਾਂਦੇ ਹਾਂ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਡਿਵੈਲਪਮੈਂਟ ਨਾ ਕੀਤੀ ਜਾਵੇ, ਡਿਵੈਲਪਮੈਂਟ ਹੋਣੀ ਲਾਜ਼ਮੀ ਹੈ, ਪਰ ਤੁਸੀਂ ਜੇ ਦਰੱਖਤ ਕੱਟਦੇ ਹੈ ਤਾਂ ਕੱਟਣ ਤੋਂ 2 ਸਾਲ ਪਹਿਲਾਂ, 3 ਸਾਲ ਪਹਿਲਾਂ ਨਵੇਂ ਦਰੱਖਤ ਲਾ ਲਓ, ਬਈ 10 ਮੀਟਰ ਦੂਰ ਜਾ ਕੇ ਲਾ ਲਓ ਕਿ ਇਹ ਜਿਹੜੇ ਪਹਿਲਾਂ ਲੱਗੇ ਇਹਨੂੰ ਕੱਟਣਾ ਹੈ,
ਬਾਈ ਦਾ ਟਾਈਮ ਆਪਾਂ ਇਹ ਦਰਖਤ ਕੱਟੀਏ ਤੇ ਉਹ ਜਿਹੜੇ ਲਾਏ ਹੋਏ ਸੀ ਉਹ ਮਾੜੇ ਮੋਟੇ ਉੱਚੇ ਹੋ ਜਾਣ, ਤਾਂ ਕਿ ਸਾਡੇ ਘੱਟ ਤੋਂ ਘੱਟ ਜਿਹੜੀ ਪਲਾਂਟ ਪੋਪੂਲੇਸ਼ਨ ਹੈ, ਟਰੀ ਪੋਪੂਲੇਸ਼ਨ ਹੈ, ਉਹ ਉਨੀ ਤਾਂ ਰਵੇ। ਫਿਰ ਤੁਹਾਨੂੰ ਆਮ ਪਤਾ ਕਿ ਇਹ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਸਾੜਨਾ, ਮੈਨੂੰ ਨਹੀਂ ਸਮਝ ਲੱਗਦੀ ਕਿ ਜੇ ਮੈਂ ਕਹਿ ਰਿਹਾ ਕਿ ਪ੍ਰਮਾਤਮਾ ਨੇ ਕਿਹਾ ਕਿ ਜਿਹੜੀ ਚੀਜ਼ ਧਰਤੀ ਤੋਂ ਉਪਜੀ ਹੈ ਉਹਨੂੰ ਧਰਤੀ ਦੇ ਵਿੱਚ ਜਾਣਾ ਚਾਹੀਦਾ, ਆਪਾਂ ਉਹਨੂੰ ਸਾੜ ਰਹੇ ਬਈ ਨਹੀਂ ਮੈਂ ਇਹਨੂੰ ਧਰਤੀ ਦੇ ਵਿੱਚ ਨਹੀਂ ਸਾਂਭਣਾ, ਇਹਨੂੰ ਤਾਂ ਮੈਂ ਵਾਪਸ ਭੇਜ ਦੇਣਾ। 6 ਮਹੀਨੇ ਝੋਨੇ ਦੀ ਫਸਲ ਖੇਤ ਦੇ ਵਿੱਚ ਰਹਿੰਦੀ ਹੈ, 6 ਮਹੀਨੇ ਦੇ ਵਿੱਚ ਉਹਨੇ ਕਾਰਬਨ ਡਾਈਆਕਸਾਈਡ ਨੂੰ ਸਿਕਵੈਸਟਰ ਕੀਤਾ, ਸਾਂਭਿਆ, ਬਾਇਓਮਾਸ ਬਣ ਗਿਆ। ਅਸੀਂ ਉਹਨੂੰ ਘੰਟੇ 2 ਘੰਟੇ ਦੇ ਵਿੱਚ ਅੱਗ ਲਾ ਕੇ ਗਾਂਹ ਗਿਆ, ਫਿਰ ਉਹੀ ਸਾਰੀ ਕਾਰਬਨ ਡਾਈਆਕਸਾਈਡ ਵਾਪਸ ਭੇਜ ਦੇਣੇ। 6 ਮਹੀਨੇ ਵਰਸਿਸ 2 ਘੰਟੇ, 6 ਮਹੀਨੇ ਵਰਸਿਸ 1 ਘੰਟਾ, ਕੀ ਇਹ ਵਾਜਬ ਹੈ? ਸ਼ਹਿਰਾਂ ਵਿੱਚ ਕਚਰਾ ਸਾੜਨਾ, ਹੁਣ ਮੈਂ ਹਰ ਰੋਜ਼ ਦੇਖਦਾ ਸ਼ਹਿਰਾਂ ਦੇ ਵਿੱਚ ਕੀ ਹੁੰਦਾ, ਜੋ ਗੰਦ ਪਿਆ, ਭਾਵੇਂ ਉਹ ਪਲਾਸਟਿਕ ਹੈ, ਭਾਵੇਂ ਉਹ ਕਾਗਜ਼ ਹੈ, ਭਾਵੇਂ ਉਹ ਗੱਤਾ ਹੈ, ਜੋ ਕੂੜਾ ਹੈ, ਉਹ ਸਾਡੇ ਸਵੀਪਰ ਸਾਰਾ ਇਕੱਠਾ ਕਰਦੇ ਹੈ, ਉਹਨੂੰ ਅੱਗ ਲਾ ਦਿੰਦੇ। ਮੈਨੂੰ ਚੱਕਣਾ ਨਾ ਪਵੇ, ਉਹਨੂੰ ਕਿਤੇ ਲੈ ਕੇ ਨਾ ਜਾਣਾ ਪਵੇ, ਉਹਨੂੰ ਅੱਗ ਲਾਤੀ, ਧੂਆਂ ਧੁਆਣ ਹੁੰਦਾ ਹੋਈ ਜਾਵੇ, ਕੋਈ ਗੱਲ ਨਹੀਂ। ਆਪਾਂ ਕਿਸੇ ਨੇ ਕਿਹਾ ਬਈ ਕਿਉਂ ਅੱਗ ਲਾ ਰਹੇ? ਫਿਰ ਆ ਗਿਆ ਗੱਡੀਆਂ ਦਾ ਧੂਆਂ, ਗੱਡੀਆਂ ਕਾਰਾਂ। ਮੈਂ ਕਹਿੰਦਾ ਕਈ ਵਾਰੀ ਐਂ ਲੱਗਦਾ ਕਿ ਸ਼ਾਇਦ ਬੰਦਿਆਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਘੱਟ ਹੈ ਅਤੇ ਗੱਡੀਆਂ ਦੀ ਵੱਧ ਹੋ ਗਈ। ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਗੱਡੀ 'ਚ ਇੱਕ ਬੰਦਾ ਬੈਠਾ ਹੈ। ਜਿਹੜੀ ਗੱਡੀ ਵਿਚ ਇਜ਼ ਮੈਂਟ ਫॉर 5 ਪਰਸਨਸ, 5 ਬੰਦਿਆਂ ਵਾਸਤੇ ਹੈ, ਉਹ ਗੱਡੀ 'ਤੇ ਇੱਕ ਬੰਦਾ ਬੈਠਾ ਹੈ, ਟੀ ਕਰੀ ਜਾਂਦਾ। ਜਾਮ ਲੱਗਦੇ ਹੈ, ਔਰ ਜਦੋਂ ਜਾਮ ਲੱਗਦੇ ਹੈ ਤਾਂ ਫਿਰ ਜਿੰਨਾ ਤੇਲ ਸੜਦਾ ਤੁਸੀਂ ਪੁੱਛੋ ਨਾ, ਜਿੰਨਾ ਧੂਆਂ, ਔਰ ਉਹ ਧੂਆਂ ਜਿਹੜਾ ਉਹ ਕਾਰਬਨ ਡਾਈਆਕਸਾਈਡ ਘੱਟ, ਕਾਰਬਨ ਮੋਨੋਆਕਸਾਈਡ ਵੱਧ ਹੈ, ਨਾਈਟ੍ਰੋਜਨ ਆਕਸਾਈਡ ਗੈਸਾਂ ਵੱਧ ਨੇ, ਜਿਹੜੀਆਂ ਕਿ ਜ਼ਿਆਦਾ ਹਾਨੀਕਾਰਕ ਗ੍ਰੀਨ ਹਾਊਸ ਗੈਸਾਂ ਘਾਉਂਦੀਆਂ ਨੇ। ਫਿਰ ਆਈਏ ਤੇ ਫੈਕਟਰੀਆਂ ਕਿਹੜੀਆਂ ਘੱਟ ਨੇ। ਹੁਣ ਫੈਕਟਰੀਆਂ ਦੇ ਮਾਲਕ ਅਰਬਾਂ ਰੁਪਈਆ, ਕਰੋੜਾਂ ਰੁਪਈਆ ਕਮਾਉਂਦੇ ਆ, ਪਰ ਉਹ ਇਹ ਨਹੀਂ ਜਰ ਸਕਦੇ ਕਿ ਮੈਂ ਜਿਹੜਾ ਧੂਆਂ ਬਾਹਰ ਨਿਕਲ ਰਿਹਾ ਮੇਰੀ ਫੈਕਟਰੀ ਤੋਂ, ਮੈਂ ਉਹਨੂੰ ਟਰੀਟ ਕਰਕੇ ਬਾਹਰ ਭੇਜਾਂ। ਉਹਦੇ ਵਿੱਚੋਂ ਜਿਹੜਾ ਗੈਸਾਂ ਨੇ, ਹਾਨੀਕਾਰਕ ਗੈਸਾਂ ਨੇ, ਉਹਨਾਂ ਨੂੰ ਇਨਇਫੈਕਟਿਵ ਕਰਦੇ ਆ। ਪਰ ਨਹੀਂ, ਕਿਉਂਕਿ ਉਹਦੇ 'ਤੇ ਲੱਖ ਰੁਪਈਏ ਖਰਚ ਹੁੰਦਾ, 2 ਲੱਖ ਰੁਪਈਏ ਖਰਚ ਹੁੰਦੇ ਆ, ਮੈਂ ਕਿਉਂ ਕਰਾਂ? ਮੇਰਾ ਤਾਂ ਪ੍ਰੋਫਿਟ ਵਧਣਾ ਚਾਹੀਦਾ, ਮੈਂ ਕੀ ਲੈਣਾ? ਧੂਆਂ ਹੁੰਦਾ ਹੋਈ ਜਾਵੇ। ਸਿੰਪਲ ਐਗਜ਼ਾਮਪਲ ਹੈ, ਤੁਸੀਂ ਲੁਧਿਆਣੇ ਤੋਂ ਖੰਨੇ ਤੋਂ ਜਦੋਂ ਮੰਡੀ ਗੋਬਿੰਦਗੜ੍ਹ ਜਾਂਦੇ ਆ, ਨੋਰਮਲ ਟਾਈਮ ਦੇ ਵਿੱਚ ਵੀ, ਮੈਂ ਅੱਜ ਕੱਲ੍ਹ ਨਹੀਂ ਕਹਿੰਦਾ, ਤੁਸੀਂ ਕਿਸੇ ਸਾਲ ਦੇ ਕਿਸੇ ਵੀ ਮਹੀਨੇ ਚਲੇ ਜਾਓ, ਜਿੱਥੇ ਜਾ ਕੇ ਤੁਸੀਂ ਅਗਰ ਟਰੈਵਲ ਕਰਦੇ ਤੁਹਾਨੂੰ ਲੱਗਿਆ ਕਿ ਇੱਕਦਮ ਬੜਾ ਧੂਆਂ ਹੋ ਗਿਆ, ਤਾਂ ਤੁਸੀਂ ਅੱਖਾਂ ਬੰਦ ਕਰਕੇ ਕਹਿ ਸਕਦੇ ਹੋ ਮੰਡੀ ਗੋਬਿੰਦਗੜ੍ਹ ਆ ਗਿਆ, ਕਿਉਂਕਿ ਉੱਥੇ ਦੂ ਕਰਕੇ ਧੂਆਂ ਨਿਕਲ ਰਿਹਾ। ਕਿਸੇ ਨੇ ਪਰਵਾਹ ਨਹੀਂ ਕੀਤੀ ਕਿ ਮੇਰਾ ਕੋਈ ਰਾਈਟ ਬਣਦਾ ਕਿ ਮੈਂ ਧੂਏ ਦੇ ਨਾਲ ਲੋਕਾਂ ਦੇ ਨੁਕਸਾਨ ਕਰਾਂ, ਉਹਨਾਂ ਦੀ ਸਿਹਤ ਦਾ ਨੁਕਸਾਨ ਕਰਾਂ, ਮੇਰਾ ਕੀ ਰਾਈਟ ਬਣਦਾ? ਪਰ ਨਹੀਂ। ਅੱਗੇ ਆਈਏ, ਫਿਰ ਜੇ ਰਹਿੰਦੀ ਹੁੰਦੀ ਕਸਰ ਸੀ ਤੇ ਉਹ ਸਾਡੇ ਤਿਉਹਾਰਾਂ ਨੇ ਲੈ ਲਈ। ਦੀਵਾਲੀ, ਤਿਉਹਾਰਾਂ ਦੇ ਪਟਾਕੇ, ਹੁਣ ਹਾਲੇ ਪਰਾਲੀ ਦਾ ਖਤਮ ਨਹੀਂ ਹੋਇਆ ਕੰਮ, ਹੁਣ ਦੀਵਾਲੀ ਦੀ ਫਿਕਰ ਪੈ ਗਈ। ਕਈ ਸਟੇਟਾਂ ਨੇ ਕਹਿ ਤਾ ਬੈਨ ਕਰ ਦਿੰਦੇ ਆ, ਫਿਰ ਬੈਨ ਤਾਂ ਕਰਤਾ ਕਾਗਜ਼ਾਂ 'ਚ, ਕਿ ਉਹ ਬੈਨ ਆਪਾਂ ਜਾ ਕੇ ਦੇਖਦੇ ਹਾਂ ਵੀ ਫਲਾਣੇ ਨੇ ਸਾੜੇ, ਢੀਂਗਣੇ ਨੇ ਸਾੜੇ ਪਟਾਕੇ ਜਾਂ ਕਿੰਨੇ ਚਲਾਏ। ਜੇ ਪੰਜਾਬ ਸਰਕਾਰ ਨੇ ਕਹਿ ਤਾ ਕਿ ਨਹੀਂ 2 ਘੰਟੇ ਪਟਾਕੇ ਚੱਲੇ, ਤਾਂ ਕੀ ਆਪਾਂ ਜਾ ਕੇ ਦੇਖਾਂਗੇ ਕਿ ਇਹ ਬੰਦੇ ਨੇ 2 ਘੰਟੇ ਸਾੜੇ ਕਿ ਇਹ B ਬੰਦੇ ਨੇ 4 ਘੰਟੇ ਸਾੜੇ? ਇਹ ਤਾਂ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਕੀ ਇਹ ਵਾਜਬ ਹੈ ਕਿ ਅਸੀਂ ਦੀਵਾਲੀ ਪਟਾਕਿਆਂ ਤੋਂ ਬਿਨਾਂ ਨਹੀਂ ਹੋ ਸਕਦੀ। ਮੈਂ ਅੱਗੇ ਚੱਲ ਕੇ ਫਿਰ ਗੱਲ ਕਰੂੰਗਾ ਇਹਦੇ ਬਾਰੇ। ਹੁਣ ਜੇ ਨੁਕਸਾਨ ਕੀ ਹੈ, ਮੈਂ ਇਸ ਵੇਲੇ ਸਿਰਫ ਪਰਾਲੀ ਅਤੇ ਪਟਾਕੇ ਦੀ ਬਹੁਤੀ ਗੱਲ ਕਰੂੰਗਾ। ਨੁਕਸਾਨ ਕੀ ਹੈ ਪਰਾਲੀ ਸਾੜਨ ਦਾ? ਸਭ ਤੋਂ ਪਹਿਲਾਂ ਕਿ ਮੈਂ ਉਹੀ ਗੱਲ ਫਿਰ ਕਹਿਣਾ, ਪਰਮਾਤਮਾ ਨੇ ਕਾਰਬਨ ਸਾਈਕਲ ਇਸ ਕਰਕੇ ਬਣਾਇਆ ਸੀ ਕਿ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇ। ਹੁਣ ਉਹ ਕਿਵੇਂ ਰਹਿਣੀ ਸੀ ਵੀ ਜੋ ਧਰਤੀ ਤੋਂ ਉਪਜਿਆ ਉਹ ਵਾਪਸ ਜਾਵੇ। ਤੁਸੀਂ ਦਾਣੇ ਲੈ ਲਏ, ਦਾਣੇ ਲੈ ਕੇ ਬਾਕੀ ਬਾਇਓਮਾਸ ਤਾਂ ਫਿਰ ਵਾਪਸ ਧਰਤੀ 'ਤੇ ਭੇਜੋ, ਤਾਂ ਕਿ ਜਿਹੜੇ ਤੱਤ ਨੇ ਉਹ ਫਿਰ ਮੁੜ ਕੇ ਗਾਂ ਅਗਲੀ ਫਸਲ ਦੇ ਵਾਸਤੇ ਹੋਣ। ਪਰ ਨਹੀਂ, ਆਪਾਂ ਅੱਗ ਲਾਤੀ, ਉਹ ਤੱਤ ਉੜ ਕੇ ਸਵਾਹ ਹੋ ਗਏ। ਫਿਰ
ਵਾਤਾਵਰਣ ਦੇ ਵਿੱਚ ਗ੍ਰੀਨ ਹਾਊਸ ਗੈਸਾਂ ਦਾ ਵਧਣਾ, ਉਹ ਭਾਵੇਂ ਕਾਰਬਨ ਡਾਈਆਕਸਾਈਡ ਹੈ, ਭਾਵੇਂ ਕਾਰਬਨ ਮੋਨੋਆਕਸਾਈਡ ਹੈ, ਭਾਵੇਂ ਪਾਰਟੀਕੂਲੇਟ ਮੈਟਰ ਹੈ, ਉਹ ਸਾਰਾ ਵੱਧ ਰਿਹਾ। ਇਹਦੇ ਨਾਲ ਕੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਅਤੇ ਦਮੇ ਦੇ ਮਰੀਜ਼ਾਂ ਨੂੰ ਸਿਹਤ ਉਹਨਾਂ ਦੀ ਵਿਗੜਦੀ ਹੈ। ਮੈਂ ਅੱਜ ਗੱਲ ਕਰ ਰਿਹਾ ਸੀ, ਮੇਰੇ ਇੱਕ ਦੋਸਤ ਹੈ ਪਿੰਡਾਂ ਦੇ ਵਿੱਚ, ਉਹਨਾਂ ਨੇ ਮੈਨੂੰ ਕਿਹਾ ਕਿ ਪਿੰਡਾਂ ਦੇ ਵਿੱਚ ਸਾਹ ਲੈਣਾ ਔਖਾ ਹੋ ਰਿਹਾ। ਉਹ ਮੈਨੂੰ ਕਹਿੰਦੇ ਸੀ ਤੁਸੀਂ ਸ਼ਹਿਰਾਂ ਦੇ ਵਿੱਚ ਸਿਖਾਲੇ ਹੋਵੋਗੇ, ਅਤੇ ਮੈਂ ਉਹਨੂੰ ਕਿਹਾ ਨਹੀਂ, ਅਸੀਂ ਸਿਖਾਲੇ ਨਹੀਂ ਗਏ। ਅਸੀਂ ਪਹਿਲੀ ਵਾਰੀ ਇਹ ਦੇਖਿਆ ਹੈ ਕਿ ਯੂਨੀਵਰਸਿਟੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਜਿਹੜੀ ਕਿ ਹਰਿਆਵਲ ਜਿੱਥੇ ਮੰਨੀ ਜਾਂਦੀ ਹੈ ਕਿ ਇੱਥੇ ਨਿਰੀ ਹਰਿਆਵਲ ਹੈ, ਉੱਥੇ ਵੀ ਸਾਨੂੰ ਇਸ ਵਾਰੀ ਮਹਿਸੂਸ ਹੋਇਆ ਹੈ ਕਿ ਸਵੇਰੇ ਉੱਠਦੇ ਆ ਤਾਂ ਧੂੰਆਂ ਗਲ 'ਚ ਪੈਂਦਾ, ਜਾ ਕੇ ਧੂੰਆਂ ਦੇ ਨਾਲ ਅੱਖਾਂ ਮੱਚਦੀਆਂ। ਅਤੇ ਜੇ ਸ਼ਹਿਰਾਂ ਦੇ ਵਿੱਚ ਇਹ ਹਾਲ ਹੈ, ਯੂਨੀਵਰਸਿਟੀ ਦੇ ਵਿੱਚ ਹਾਲ ਹੈ, ਤੁਸੀਂ ਹਿਸਾਬ ਲਾ ਲਓ ਪਿੰਡਾਂ ਦੇ ਵਿੱਚ ਜਿੱਥੇ ਪਰਾਲੀ ਸਾੜੀ ਜਾਂਦੀ ਉੱਥੇ ਕੀ ਹਾਲ ਹੋਊਗਾ। ਔਰ ਉਹ ਧੂੰਆਂ ਖਾਸ ਤੌਰ 'ਤੇ ਛੋਟੇ ਬੱਚੇ ਅਤੇ ਦਮੇ ਦੇ ਮਰੀਜ਼ਾਂ 'ਤੇ ਕੀ ਅਸਰ ਕਰਦਾ ਹੈ, ਇਹ ਉਹੀ ਜਾਣਦੇ ਨੇ। ਤੇਜ਼ਾਬੀ ਬਾਰਿਸ਼, ਹੁਣ ਜੇ ਧੂੰਆਂ ਹੋਇਆ ਪਿਆ ਹਰ ਥਾਂ 'ਤੇ, ਕਾਲਕ ਸਾਰੀਆਂ ਗੈਸਾਂ ਉੱਪਰ ਨੇ, ਨਾਈਟ੍ਰੋਜਨ ਆਕਸਾਈਡ ਗੈਸਾਂ ਨੇ, ਕਾਰਬਨ ਡਾਈਆਕਸਾਈਡ ਹੈ, ਕਾਰਬਨ ਮੋਨੋਆਕਸਾਈਡ ਹੈ। ਹੁਣ ਜੇ ਮੀਂਹ ਪੈਂਦਾ, ਅਸੀਂ ਕਹਿੰਦੇ ਹਾਂ ਪ੍ਰਮਾਤਮਾ ਕਰੇ ਮੀਂਹ ਪੈ ਜਾਵੇ, ਬਹਿ ਜੂਗਾ ਥੱਲੇ। ਹੁਣ ਤੁਹਾਨੂੰ ਪਤਾ ਮੀਂਹ ਪੈਣਾ ਉਸ ਤੋਂ ਵੀ ਵੱਧ ਹਾਨੀਕਾਰਕ ਹੈ। ਕਿਵੇਂ? ਜੇ ਮੀਂਹ ਪੈਂਦਾ ਅਤੇ ਕਾਰਬਨ ਡਾਈਆਕਸਾਈਡ, ਉਹ ਕਾਰਬੋਨਿਕ ਐਸਿਡ ਬਣਦਾ, ਐਸਿਡ ਬਣ ਗਿਆ, ਉਹ ਤੇਜ਼ਾਬ ਹੈ। ਨਾਈਟ੍ਰੋਜਨ ਆਕਸਾਈਡ ਗੈਸਾਂ ਨੇ ਤਾਂ ਨਾਈਟ੍ਰਿਕ ਐਸਿਡ ਬਣਦਾ, ਉਹ ਤੇਜ਼ਾਬ ਹੈ। ਤਾਂ ਕੀ ਉਹ ਤੇਜ਼ਾਬ, ਉਹ ਜਿਹੜਾ ਤੇਜ਼ਾਬ ਨਾਲ ਘੁਲਿਆ ਹੋਇਆ ਪਾਣੀ, ਉਹ ਜਦੋਂ ਪਾਣੀ ਦੇ ਵਿੱਚ ਜਾ ਕੇ ਰਲੂਗਾ, ਪਾਣੀ ਦੇ ਸਰੋਤਾਂ 'ਚ ਜਾ ਕੇ ਰਲੂਗਾ, ਉਹਨੂੰ ਪ੍ਰਦੂਸ਼ਿਤ ਨਹੀਂ ਕਰੂਗਾ। ਜੇ ਉਹ ਦਰਿਆਵਾਂ ਦੇ ਵਿੱਚ ਵਗਦਾ ਪਾਣੀ ਤਾਂ ਉਹ ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਕਰੂਗਾ। ਨਹਿਰਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਕਰੂਗਾ, ਬਿਲਕੁਲ ਕਰੂਗਾ। ਸੋ ਨਾ ਸਿਰਫ ਅਸੀਂ ਵਾਯੂ ਪ੍ਰਦੂਸ਼ਣ ਕਰ ਰਹੇ ਹਾਂ, ਸਗੋਂ ਅਸੀਂ ਪਾਣੀ ਦੇ ਪ੍ਰਦੂਸ਼ਣ ਨੂੰ ਵੀ ਸੱਦਾ ਦੇ ਰਹੇ। ਹੁਣ ਇਸ ਵੇਲੇ ਹਰ ਰੋਜ਼ ਅਖਬਾਰਾਂ 'ਚ ਆਉਂਦਾ ਹੈ ਕਿ ਇਹ ਪੋਲਿਊਸ਼ਨ ਵਧਣ ਦੇ ਨਾਲ ਕੋਵਿਡ-19 ਦੀ ਜਿਹੜੀ ਬਿਮਾਰੀ ਹੈ, ਕਰੋਨਾ ਦੀ ਜਿਹੜੀ ਬਿਮਾਰੀ ਹੈ, ਇਹਦੇ ਵਿੱਚ ਵਾਧਾ ਹੋਣਾ। ਔਰ ਆંકੜੇ ਦੱਸ ਰਹੇ, ਪੰਜਾਬ ਦੇ ਵਿੱਚ ਵੀ ਦੱਸ ਰਹੇ, ਪਿਛਲੇ 2-3 ਦਿਨਾਂ ਦੇ ਵਿੱਚ 15% ਜਿਹੜਾ ਕੇਸ ਵਧੇ ਕਰੋਨਾ ਦੇ। ਇੱਕ ਪਾਸੇ ਅਸੀਂ ਕਰੋਨਾ ਤੋਂ ਇੰਨੇ ਡਰੇ ਹੋਏ ਹਾਂ ਕਿ ਅਸੀਂ ਲਾਕਡਾਊਨ ਕਰਤਾ, ਦੂਜੇ ਬੰਨੇ ਅਸੀਂ ਕਰੋਨਾ ਨੂੰ ਵੈਲਕਮ ਕਹਿ ਰਹੇ, ਭਾਈ ਆ ਜਾ, ਅਸੀਂ ਪੋਲਿਊਸ਼ਨ ਕਰ ਰਹੇ, ਤੂੰ ਆਪ ਦੀ ਮੌਜ ਕਰ। ਕਿੱਥੇ ਜਾ ਕੇ ਰੁਕਾਂਗੇ? ਅਤੇ ਫਿਰ ਅਖੀਰ ਗਲੋਬਲ ਵਾਰਮਿੰਗ ਤਾਂ ਹੈਗੀ ਹੈ। ਹੁਣ ਜਿੱਥੇ ਥਾਂ 'ਤੇ ਅੱਗ ਲੱਗੀ ਹੋਈ ਹੈ, ਕਿ ਉਹ ਤੁਹਾਡੇ ਵਾਤਾਵਰਨ ਦਾ ਟੈਂਪਰੇਚਰ ਨਹੀਂ ਵਧਾਊਗੀ। ਇਸੇ ਕਰਕੇ ਤਾਂ ਇਹੀ ਤਾਂ ਕਾਰਨ ਹੈ ਬਈ ਹਰ ਸਾਲ ਕਾਰਬਨ ਡਾਈਆਕਸਾਈਡ ਜੇ ਤੁਸੀਂ ਐਟਮੋਸਫੇਅਰ ਦੇ ਵਿੱਚ ਭੇਜ ਰਹੇ ਹੋ, 1460 ਕਿਲੋ ਕਾਰਬਨ ਡਾਈਆਕਸਾਈਡ ਇੱਕ ਟਨ ਪਰਾਲੀ, ਇੱਕ ਟਨ ਮੀਨਸ 1000 ਕਿਲੋ ਪਰਾਲੀ ਸਾੜਦੇ ਆ ਤਾਂ 1460 ਕਿਲੋ ਕਾਰਬਨ ਡਾਈਆਕਸਾਈਡ ਬਣਦੀ ਹੈ। ਅਤੇ ਪੰਜਾਬ ਦੇ ਵਿੱਚ 120 ਤੋਂ ਲੈ ਕੇ 160 ਲੱਖ ਟਨ ਪਰਾਲੀ ਜਲਾਈ ਜਾਂਦੀ ਹੈ। ਅਤੇ 120 ਨੂੰ ਤੁਸੀਂ ਗੁਣਾ ਕਰੋ 1460 ਦੇ ਨਾਲ, ਤਾਂ ਮੈਂ ਕਹਿੰਦਾ ਇਹ ਤਾਂ ਕਰੋੜਾਂ ਅਰਬਾਂ ਕਿਲੋ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਭੇਜ ਰਹੇ ਹਾਂ। ਅਤੇ ਗ੍ਰੀਨ ਹਾਊਸ ਗੈਸ ਹੈ, ਟੈਂਪਰੇਚਰ ਤਾਂ ਵਧੂਗਾ ਹੀ। ਅਤੇ ਦੂਜੇ ਬੰਨੇ ਉੱਧਰੋਂ ਅੱਗ ਲਾਈ ਹੋਈ ਹੈ, ਅੱਗ ਦਾ ਆਪਦਾ ਟੈਂਪਰੇਚਰ ਹੈ। 60 ਕਿਲੋ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ ਜਦੋਂ ਅਸੀਂ 1 ਟਨ ਪਰਾਲੀ ਸਾੜਦੇ ਹਾਂ। ਅਤੇ ਕਾਰਬਨ ਮੋਨੋਆਕਸਾਈਡ ਇੱਕ ਐਡੀ ਜ਼ਹਿਰੀਲੀ ਗੈਸ ਹੈ। ਜ਼ਹਿਰੀਲੀ ਗੈਸ ਹੁੰਦਿਆਂ ਹੋਇਆਂ ਇਹਦਾ ਗ੍ਰੀਨ ਹਾਊਸ ਇਫੈਕਟ ਕਾਰਬਨ ਡਾਈਆਕਸਾਈਡ ਨਾਲੋਂ 100 ਗੁਣਾ ਜ਼ਿਆਦਾ। ਅਤੇ ਫਿਰ ਅਸੀਂ ਗੱਲ ਕਰਦੇ ਹਾਂ ਪਾਰਟੀਕੂਲੇਟ ਮੈਟਰ। ਤੁਸੀਂ ਆਮ ਅੱਜ ਕੱਲ੍ਹ ਅਖਬਾਰਾਂ 'ਚ ਪੜ੍ਹਦੇ ਹੋ PM2.5, PM10, ਤਾਂ ਉਹ ਤਾਂ ਹਰ 1 ਟਨ ਪਰਾਲੀ ਦੇ ਨਾਲ 3 ਕਿਲੋ ਪਾਰਟੀਕੂਲੇਟ ਮੈਟਰ, ਔਰ ਉਹ ਬਹੁਤ ਹਲਕਾ ਹੁੰਦਾ। 3 ਕਿਲੋ ਤੁਸੀਂ ਹਿਸਾਬ ਲਾ ਲਓ ਕਿੱਡਾ, ਉਹ ਤਾਂ ਮੇਰੇ ਹਿਸਾਬ ਨਾਲ ਸ਼ਾਇਦ ਇੱਕ ਟਰੱਕ ਭਰ ਜਾਵੇ ਪੂਰਾ। ਇਹਦੇ ਪਰਾਲੀ ਸਾੜਨ ਦੇ ਨੁਕਸਾਨ ਨੇ। ਹੁਣ ਦੂਜਾ, ਦੀਵਾਲੀ ਆ ਰਹੀ ਹੈ, ਸ਼ੁਰੂ ਹੋ ਗਿਆ ਹੌਲੀ ਹੌਲੀ, ਅਤੇ ਦੀਵਾਲੀ ਵਾਲੇ ਦਿਨ ਕੀ ਹੋਊਗਾ ਮੈਨੂੰ ਨਹੀਂ ਪਤਾ। ਤਾਂ ਹੁਣ ਇਹਦੇ ਨਾਲ ਕੀ ਹੈ, ਉਹੀ ਬੱਚਿਆਂ ਦੇ ਸਾਹ ਦੀ ਕਿਰਿਆ, ਸਾਹ ਲੈਣਾ ਔਖਾ। ਦਮੇ ਦੇ ਰੋਗੀ ਜਿਹੜੇ ਨੇ ਉਹ ਦੀਵਾਲੀ ਵਾਲੀ ਰਾਤ ਅਰਦਾਸਾਂ ਕਰ ਕਰਕੇ ਕੱਟਦੇ ਹੈ ਕਿ ਮੇਰਾ ਪਤਾ ਨਹੀਂ ਕੀ ਬਣੂਗਾ। ਉਹ ਆਪਣੇ ਕਮਰੇ ਦੇ ਵਿੱਚ ਬੰਦ ਹੋ ਜਾਂਦੇ ਆ, ਬੂਹੇ ਬਾਰੀਆਂ ਬੰਦ ਕਰ ਦਿੰਦੇ ਆ, ਬਾਹਰ ਦਾ ਧੂੰਆਂ ਨਾ ਆਵੇ।
ਤੁਸੀਂ ਜਿਹੜੀ ਪਟਾਕੇ ਚਮਕਦੇ ਹੈ, ਲਿਸ਼ਕਾ ਮਾਰਦੇ ਆ, ਰੰਗ ਬਰੰਗ ਨਿਕਲਦੇ ਹੈ, ਕਿਰਨਾਂ ਨਿਕਲਦੀਆਂ ਨੇ, ਆਪਾਂ ਬੜੇ ਖੁਸ਼ ਹੁੰਦੇ ਹਾਂ। ਤੁਹਾਨੂੰ ਪਤਾ ਉਹ ਬੇਰੀਅਮ ਹੈ, ਅਤੇ ਬੇਰੀਅਮ ਜਿਹੜਾ ਉਹ ਰੇਡੀਓ ਐਕਟਿਵ ਕਿਰਨਾਂ ਨੇ, ਅਤੇ ਰੇਡੀਓ ਐਕਟਿਵ ਕਿਰਨਾਂ ਤਾਂ ਫਿਰ ਆਪਣੀ ਸਰੀਰ 'ਤੇ ਕੈਂਸਰ ਹੀ ਕਰਦੀਆਂ ਨਾ। ਪਰ ਆਪਾਂ ਖੁਸ਼ ਹੁੰਦੇ ਹਾਂ ਕਿ ਲੈ ਵੀ ਲਾਲ ਹੋ ਗਿਆ, ਨੀਲਾ ਹੋ ਗਿਆ, ਵਾਹ ਵਾਹ ਕਿੱਡੀ ਸੋਹਣੀ ਲਾਈਟ ਆ ਗਈ। ਉਹ ਭਾਵੇਂ ਦਰਬਾਰ ਸਾਹਿਬ ਹੋ ਰਿਹਾ ਹੋਵੇ, ਭਾਵੇਂ ਕਿਤੇ ਹੋ ਰਿਹਾ ਹੋਵੇ, ਅਸੀਂ ਉਹ ਆਤਿਸ਼ਬਾਜ਼ੀ ਦੇਖ ਕੇ ਬੜੇ ਖੁਸ਼ ਹੁੰਦੇ ਹਾਂ। ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹ ਆਤਿਸ਼ਬਾਜ਼ੀ ਦੇ ਵਿੱਚ ਰੇਡੀਓ ਐਕਟਿਵ ਕਿਰਨਾਂ ਨੇ ਜਿਹੜੀਆਂ ਕਿ ਸਾਡੇ ਸਰੀਰ 'ਤੇ ਕੈਂਸਰ ਦਾ ਕੰਮ ਕਰਦੀਆਂ ਨੇ। ਅਤੇ ਫਿਰ ਜਿਵੇਂ ਕਿ ਪਰਾਲੀ ਦੇ ਵਿੱਚ ਸੀਗਾ, ਮੈਂ ਕਿਹਾ ਸੀ ਐਂ ਤੇਜ਼ਾਬੀ ਬਾਰਿਸ਼ ਵੀ ਹੁੰਦੀ ਹੈ, ਕਿਉਂਕਿ ਇਹੀ ਗੈਸਾਂ ਉੱਪਰ ਜਾ ਰਹੀਆਂ ਨੇ। ਇਹਦੇ ਵਿੱਚ ਕਾਪਰ ਹੈ, ਪਟਾਕੇ ਸਾੜਨ ਦੇ ਨਾਲ ਕਾਪਰ, ਕੈਡਮੀਅਮ, ਜ਼ਿੰਕ, ਮੈਗਨੀਸ਼ੀਅਮ, ਲੈਡ, ਇਹ ਸਾਰੇ ਜਿਹੜੇ ਮੈਟਲ ਨੇ ਕੰਪਾਊਂਡ ਬਣਦੇ ਹੈ, ਗੈਸਿਸ ਬਣਦੀਆਂ, ਅਤੇ ਮੁੜ ਕੇ ਫਿਰ ਪਾਣੀ ਦੇ ਵਿੱਚ ਘੁਲ ਕੇ ਥੱਲੇ ਤੇਜ਼ਾਬੀ ਬਾਰਿਸ਼ ਹੁੰਦੀ ਹੈ। ਅਤੇ ਜੇ ਪਰਾਲੀ ਸਾੜਨ ਦੇ ਨਾਲ ਕੋਵਿਡ-19 ਬਿਮਾਰੀ ਦਾ ਵਾਧਾ ਹੁੰਦਾ ਤਾਂ ਫਿਰ ਪਟਾਕੇ ਸਾੜਨ ਨਾਲ ਵੀ ਹੋਊਗਾ, ਕਿਉਂਕਿ ਹਵਾ ਦਾ ਪ੍ਰਦੂਸ਼ਣ ਵੱਧ ਰਿਹਾ ਹੈ, ਅਤੇ ਇਹ ਕੈਰੀ ਕਰਦੇ ਹੈ, ਇਹ ਜਿਹੜੇ ਪਾਰਟੀਕੂਲੇਟ ਮੈਟਰ ਹੈ ਇਹ ਤੁਹਾਡੇ ਵਾਇਰਸ ਨੂੰ ਕੈਰੀ ਕਰ ਰਿਹਾ। ਫਿਰ ਪਟਾਕੇ ਦੇ ਨਾਲ ਸਭ ਤੋਂ ਜਿਹੜੀ ਬਿਮਾਰੀ ਸਭ ਤੋਂ ਵੱਡੀ ਮੈਂ ਕਹੂੰਗਾ ਉਹ ਹੈ ਸ਼ੋਰ। ਠਾ ਠਾ ਠਾ। ਤੁਸੀਂ ਕਦੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਆ ਕਿਤੇ ਪਰੇਸ਼ਾਨ ਹੁੰਦੇ? ਪਰ ਨਹੀਂ, ਆਪਾਂ ਕਿਉਂ ਪੁੱਛੀਏ, ਅਸੀਂ ਜਵਾਨ ਹਾਂ, ਸਾਨੂੰ ਤਾਂ ਚੰਗਾ ਲੱਗਦਾ। ਜਿੱਡਾ ਵੱਧ ਪਟਾਕੇ ਦਾ ਸ਼ੋਰ ਹੋਊਗਾ, ਠਾ ਵੱਜੂਗੀ, ਉਨੀ ਸਾਡੀ ਸ਼ਾਨ ਹੈ। ਫਿਰ ਐਕਸੀਡੈਂਟ ਹਰ ਵਾਰੀ ਸੁਣੀਦਾ, ਬੱਚਾ ਸੀ ਉਹਦੇ ਹੱਥ 'ਚ ਪਟਾਕਾ ਚੱਲ ਪਿਆ, ਉਹਦਾ ਹੱਥ ਸੜ ਗਿਆ, ਹਸਪੀਟਲ ਲੈ ਗਏ। ਕਿਸੇ ਦੀਆਂ ਅੱਖਾਂ ਜਲ ਗਈਆਂ, ਕੋਈ ਅੰਨਾ ਹੋ ਗਿਆ, ਹਸਪੀਟਲ ਲੈ ਗਏ। ਪਰ ਸਾਡੀ ਸ਼ਰਧਾ ਦੇਖੋ, ਮੈਂ ਇਹਨੂੰ ਸ਼ਰਧਾ ਕਵਾਂ ਕੀ ਕਵਾਂ, ਸਾਡੀ ਸ਼ਰਧਾ ਦੇਖੋ ਕਿ ਨਹੀਂ ਦੀਵਾਲੀ 'ਤੇ ਪਟਾਕੇ ਚਲਾਣੇ ਆ। ਅਤੇ ਮੈਨੂੰ ਕਈ ਵਾਰੀ ਫੀਲ ਹੁੰਦਾ ਹੈ ਕਿ ਰਾਮਚੰਦਰ ਜੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਦੀਵਾਲੀ ਮਨਾਉਂਦੇ ਹਾਂ, ਜਿਨ੍ਹਾਂ ਨੂੰ ਵੈਲਕਮ ਕਰਦੇ ਹਾਂ ਕਿ ਅਯੁੱਧਿਆ ਤੋਂ ਵਾਪਸ ਆਏ ਸੀ ਅਤੇ ਅਸੀਂ ਖੁਸ਼ੀਆਂ ਮਨਾਉਂਦੇ ਹਾਂ। ਪਟਾਕੇ ਕੀ ਉਸ ਟਾਈਮ 'ਤੇ ਪਟਾਕੇ ਸੀਗੇ? ਮੈਨੂੰ ਨਹੀਂ ਪਤਾ। 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਏ, ਬੰਦੀ ਰਿਹਾ ਹੋਈ ਉਹਨਾਂ ਦੀ, ਨਾਲ 52 ਰਾਜਿਆਂ ਨੂੰ ਲੈ ਕੇ ਆਏ, ਤਾਂ ਕੀ ਉਸ ਟਾਈਮ 'ਤੇ ਪਟਾਕੇ ਸੀਗੇ? ਅਤੇ ਜੇ ਕਿਤੇ ਰਾਮਚੰਦਰ ਜੀ ਆ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਧਰਤੀ 'ਤੇ ਆ ਜਾਣ ਅੱਜ ਦੇ ਦਿਨ, ਮੈਂ ਤਾਂ ਕਹਿੰਦਾ ਉਹ ਕਹਿਣ ਅਸੀਂ ਇੱਥੇ ਨਹੀਂ ਰਹਿਣਾ ਇੱਕ ਮਿੰਟ ਵੀ, ਇਹਨਾਂ ਲੋਕਾਂ ਨੇ ਇਹਨਾਂ ਬੇੜਾ ਬਿਠਾਇਆ ਪਿਆ। ਧੂੰਆਂ, ਤੁਹਾਨ, ਠਾ ਠਾ, ਸ਼ੋਰ। ਬਿਮਾਰ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਕਿਸੇ ਦੀ ਉੱਚੀ ਆਵਾਜ਼ ਨਹੀਂ ਸਹਿਣ ਕਰ ਸਕਦੇ, ਉਹਨਾਂ ਦਾ ਪਟਾਕਿਆਂ ਦੇ ਨਾਲ ਕੀ ਹਾਲ ਹੁੰਦਾ ਹੋਊਗਾ। ਪਰ ਆਪਾਂ ਕਿਉਂ ਸੋਚੀਏ? ਆਪਾਂ ਤਾਂ ਇੰਜੋਏ ਕਰਨਾ, ਸਾਡੇ ਕੋਲ ਇੱਕੋ ਵਰਡ ਹੈ ਇੰਜੋਏਮੈਂਟ। ਅਸੀਂ ਕਦੀ ਇਹ ਨਹੀਂ ਸੋਚਿਆ ਕਿ ਕੱਲ੍ਹ ਨੂੰ ਅਸੀਂ ਵੀ ਬਜ਼ੁਰਗ ਹੋਵਾਂਗੇ, ਕੱਲ੍ਹ ਨੂੰ ਅਸੀਂ ਵੀ ਬਿਮਾਰ ਹੋਵਾਂਗੇ, ਤਾਂ ਕੀ ਉਸ ਟਾਈਮ 'ਤੇ ਅਸੀਂ ਇੰਜੋਏ ਕਰਾਂਗੇ ਕਿ ਅਸੀਂ ਕਹਾਂਗੇ ਯਾਰ ਮੈਨੂੰ ਜੇ ਪਟਾਕੇ ਨਾ ਚਲਾਓ ਤਾਂ ਮੈਂ ਇੰਜੋਏ ਕਰੂੰਗਾ? ਇਹ ਇੱਕ ਵੱਡਾ ਕੁਐਸਚਨ ਮਾਰਕ ਹੈ, ਸੋਚਿਓ ਇਹਦੇ ਬਾਰੇ। ਅਤੇ ਪਟਾਕੇ ਸਾੜਨ ਦੇ ਨਾਲ ਜਿਵੇਂ ਮੈਂ ਕਿਹਾ ਕਾਪਰ ਜੀ, ਇਹ ਕਾਪਰ, ਕੈਡਮੀਅਮ, ਜ਼ਿੰਕ, ਮੈਗਨੀਸ਼ੀਅਮ, ਲੈਡ, ਇਹ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਪਟਾਕੇ ਬਣਾਉਣ ਦੇ ਵਿੱਚ। ਅਤੇ ਜਦੋਂ ਇਹ ਸੜਦਾ ਤਾਂ ਫਿਰ ਕਾਪਰ ਸੜਨ ਦੇ ਨਾਲ ਸਾਹ ਦੀ ਤਕਲੀਫ ਹੁੰਦੀ ਹੈ, ਕੈਡਮੀਅਮ ਦੇ ਨਾਲ ਖੂਨ ਦੀ ਕਮੀ ਹੁੰਦੀ ਹੈ, ਜ਼ਿੰਕ ਜਿਹੜਾ ਹੈ ਇਹਦੇ ਨਾਲ ਮੈਟਲ ਫਿਊਮ ਬੁਖਾਰ ਹੁੰਦਾ, ਉਲਟੀ ਆਉਂਦੀ ਹੈ, ਮੈਗਨੀਸ਼ੀਅਮ ਦੇ ਨਾਲ ਮੈਟਲ ਫਿਊਮ ਬੁਖਾਰ ਹੁੰਦਾ, ਲੈਡ ਤੁਹਾਡੇ ਨਰਵਸ ਸਿਸਟਮ 'ਤੇ ਐਕਟ ਕਰਦਾ। ਇਹ ਹੁਣ ਤੁਸੀਂ ਸੋਚਣਾ ਵੀ ਕੀ ਕਰਨਾ। ਹੁਣ ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਕਰੀਏ? ਤਾਂ ਮੈਂ ਇਹੀ ਕਹਿਣਾ ਕਿ ਕਰਨਾ ਕੁਛ ਨਹੀਂ ਗਾ। ਇਹ ਜਿਹੜਾ ਕਾਰਬਨ ਸਾਈਕਲ ਅਸੀਂ ਖਰਾਬ ਕਰਤਾ, ਪਰਮਾਤਮਾ ਨੇ ਜਿਹੜਾ ਸਾਨੂੰ ਕਾਰਬਨ ਸਾਈਕਲ ਦਿੱਤਾ ਇਹਨੂੰ ਖਰਾਬ ਕਰਤਾ, ਇਹਨੂੰ ਠੀਕ ਕਰੀਏ। ਪਹਿਲਾਂ ਤਾਂ ਇਹਨੂੰ ਸਮਝੀਏ। ਜੇ ਮੇਰੇ ਪਹਿਲੀ ਸਲਾਈਡ ਦੇ ਵਿੱਚ ਤੁਸੀਂ ਕਾਰਬਨ ਸਾਈਕਲ ਨੂੰ ਸਮਝ ਗਏ ਤਾਂ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਹੁਣ ਤੁਸੀਂ ਕਹੋਗੇ ਮੈਂ ਕਿਵੇਂ ਕਰ ਲੂੰਗਾ, ਮੈਂ ਕਿਹੜਾ ਕੁਛ ਵੱਡਾ ਸਾਇੰਸਦਾਨ ਨਾ, ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ। ਪਰਾਲੀ ਸਾੜਨ ਵਾਲਿਆਂ ਨੂੰ ਰੋਕੀਏ। ਬੇਸ਼ੱਕ ਤੁਹਾਨੂੰ ਗਾਲਾਂ ਕੱਢਣਗੇ, ਤੁਹਾਡੇ ਮਗਰ ਭੱਜਣਗੇ, ਪਰ ਸਾਡਾ ਫਰਜ਼ ਬਣਦਾ ਕਿ ਉਹਨੂੰ ਰੋਕੀਏ ਭਾਈ, ਹੱਥ ਜੋੜ ਕੇ ਬਈ ਇਹਨੂੰ ਹੋਰ ਤਰੀਕੇ ਨਾਲ ਸਾਂਭ ਲਓ। ਨਹੀਂ ਸਾਂਭ ਸਕਦੇ ਤਾਂ ਇਹਨੂੰ ਇਕੱਠਾ ਕਰਕੇ ਖੇਤ ਤੋਂ ਬਾਹਰ ਕੱਢ ਦਿਓ, ਬੇਲਿੰਗ ਕਰ ਦਿਓ। ਇਹ ਸਲਾਈਡ ਤੁਸੀਂ ਸਾਹਮਣੇ ਦੇਖ ਰਹੇ,
ਉਹ ਦੇਖੋ ਪਰਾਲੀ ਦੇ ਵਿੱਚ ਮਸ਼ੀਨ ਚੱਲ ਰਹੀ ਹੈ। ਇਹ ਤੁਸੀਂ ਖੜੀ ਪਰਾਲੀ ਦੇ ਵਿੱਚ ਕਣਕ ਬੀਜ ਸਕਦੇ, ਕੋਈ ਵੀ ਫਸਲ ਬੀਜ ਸਕਦੇ, ਪਰ ਸਾਡੇ ਦਿਮਾਗ ਦੇ ਨਹੀਂ ਮੇਰਾ ਖੇਤ ਤਾਂ ਜਮਾਂ ਸਾਫ਼ ਹੋਣਾ ਚਾਹੀਦਾ, ਮੈਂ ਫਿਰ ਉਹਨੂੰ ਵਾਹ ਕੇ ਫਿਰ ਕਣਕ ਬੀਜੂੰਗਾ। ਇੱਦਾਂ ਤਾਂ ਕਣਕ ਬੀਜਣ ਦਾ ਸਵਾਦ ਹੀ ਨਹੀਂ ਗਾ। ਪਰ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਮਸ਼ੀਨਾਂ ਹੈਗੀਆਂ, ਤੁਸੀਂ ਪਰਾਲੀ ਨੂੰ ਸਾਂਭੋ, ਇਹਨੂੰ ਸਾੜੋ ਨਾ, ਇਹ ਕੀਮਤੀ ਹੈ ਸਾਡੇ ਵਾਸਤੇ। ਇਸੇ ਤਰ੍ਹਾਂ ਜਿਹੜਾ ਕੂੜਾ ਸਾੜਦੇ ਆ ਸਵੇਰੇ, ਉਹ ਜਿਹੜਾ ਸਵੀਪਰ ਹੈ, ਝਾੜੂ ਲਾਉਣ ਵਾਲਾ, ਸਫਾਈ ਕਰਨ ਵਾਲਾ, ਉਹਨੂੰ ਸਮਝਾਈਏ ਜਾ ਕੇ। ਜੇ ਨਹੀਂ ਸਮਝਦਾ ਤਾਂ ਫਿਰ ਮੇਰੇ ਹਿਸਾਬ ਨਾਲ ਉੱਥੇ ਐਕਸ਼ਨ ਵੀ ਲਈਏ, ਭਾਈ ਇਹਨੂੰ ਸਾੜ ਨਾ, ਇਹਦਾ ਪਲਾਸਟਿਕ ਅੱਡ ਕਰ ਲੈ, ਇਹਦਾ ਦੂਜਾ ਬਾਇਓਮਾਸ ਅੱਡ ਕਰ ਲੈ, ਪਲਾਸਟਿਕ ਨੂੰ ਇੱਕ ਪਾਸੇ ਭੇਜ ਦਿਓ। ਬਾਇਓਮਾਸ ਜਿਹੜਾ ਹੈ, ਮੇਰਾ ਬਾਇਓਮਾਸ ਕਹਿਣ ਦਾ ਭਾਵ ਹੈ ਜਿਹੜਾ ਪੌਦਿਆਂ ਦਾ ਜਾਂ ਜਿਹੜੇ ਡੀਕੰਪੋਜ਼ ਹੋਣਾ, ਉਹਨੂੰ ਆਪਾਂ ਉਹਦੀ ਖਾਦ ਬਣਾਈਏ। ਤਕਨੀਕਾਂ ਸਾਰੀਆਂ ਹੈਗੀਆਂ ਸਾਡੇ ਕੋਲ, ਸਿਰਫ ਸਾਨੂੰ ਹਿੰਮਤ ਕਰਨ ਦੀ ਲੋੜ ਹੈ। ਫਿਰ ਆਈਏ ਗੱਡੀਆਂ ਦੇ ਇਸਤੇਮਾਲ ਨੂੰ ਘਟਾਈਏ। ਕਦੀ ਮੈਂ ਸੋਚਿਆ, ਮੈਂ ਕਹਿੰਦਾ ਨਹੀਂ, ਮੈਂ ਗੱਡੀ 'ਤੇ ਜਾਣਾ, ਮੈਂ ਇਕੱਲਾ ਚੱਲਿਆ, ਆਪਣੀ ਘਰ ਵਾਲੀ ਨੂੰ ਕਹਿੰਦਾ ਤੂੰ ਆਪਦੀ ਗੱਡੀ 'ਤੇ ਜਾ। ਵੀ ਕਿਉਂ, ਆਪਾਂ ਇਕੱਠੇ ਕਿਉਂ ਨਹੀਂ ਜਾ ਸਕਦੇ? ਅਤੇ ਫਿਰ ਹੁਣ ਜੇ 2 ਕਿਲੋਮੀਟਰ ਮਤਲਬ ਮਾਰਕੀਟ ਹੀ ਜਾਣਾ ਹੈ ਤਾਂ ਫਿਰ ਗੱਡੀ ਕਿਉਂ, ਪੈਦਲ ਕਿਉਂ ਨਾ, ਸਾਈਕਲ ਕਿਉਂ ਨਾ? ਇੱਥੇ ਜਿਹੜੇ ਮੈਂ ਸਾਈਕਲ ਵਾਲਾ ਦੱਸਿਆ, ਮੈਂ ਹੈਰਾਨ ਹੋ ਗਿਆ ਪੜ੍ਹ ਕੇ ਕਿ ਕਿਸੇ ਟਾਈਮ 'ਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਲਾਹੌਰ ਅਤੇ ਲਾਹੌਰ ਤੋਂ ਖਾਲਸਾ ਕਾਲਜ ਜਿਹੜਾ ਕਿ 64 ਕਿਲੋਮੀਟਰ ਹੈ, ਲੋਕ ਸਾਈਕਲ 'ਤੇ ਜਾਂਦੇ ਹੁੰਦੇ ਸੀ। ਤਾਂ ਕਿ ਉਹ ਮਾੜੇ ਸੀ? ਔਰ ਉਸ ਟਾਈਮ 'ਤੇ ਚੰਗੇ ਬੰਦਿਆਂ ਕੋਲ ਸਾਈਕਲ ਹੁੰਦਾ ਸੀ। ਸਾਈਕਲ ਹਰ ਇੱਕ ਬੰਦਾ ਵੀ ਨਹੀਂ ਸੀ ਅਫੋਰਡ ਕਰ ਸਕਦਾ। ਅਤੇ ਅੱਜ ਆਪਾਂ ਹੱਦ ਤੱਕ ਸਮਝਦੇ ਹਾਂ ਕਿ ਸਾਈਕਲ 'ਤੇ ਜਾ ਰਹੇ ਹਾਂ। ਜੇ ਕਾਰ ਵਾਲਾ ਹੈ, ਕਾਰ 'ਚ ਬੈਠਾ ਹੈ, ਉਹ ਸਕੂਟਰ ਵਾਲੇ ਨੂੰ ਮਾੜਾ ਸਮਝਦਾ, ਉਹਨੂੰ 4 ਗਾਲਾਂ ਕੱਢ ਦਿੰਦਾ, ਉਹ ਪਰੇ ਘਰ ਆਪਦੀ ਸਕੂਟਰੀ ਜੀ, ਮੈਂ ਕਾਰ ਲਈ ਹੋਈ ਹੈ, ਮੈਂ 5 ਲੱਖ ਦੀ, 10 ਲੱਖ ਦੀ, 20 ਲੱਖ ਦੀ ਕਾਰ ਹੈ, ਤੂੰ ਮੇਰੇ ਮੂਹਰੇ ਆ ਰਿਹਾ। ਅਤੇ ਜਿਹੜਾ ਸਕੂਟਰ ਵਾਲਾ ਉਹ ਸਾਈਕਲ ਵਾਲੇ ਨੂੰ ਗਾਲਾਂ ਕੱਢਦਾ, ਹਟੋ ਪਿੱਛੇ, 4 ਗਾਲਾਂ ਕੱਢ ਕੇ, ਤੈਨੂੰ ਪਤਾ ਨਹੀਂ ਮੈਂ ਆ ਰਿਹਾ ਸਕੂਟਰ ਵਾਲਾ। ਅਤੇ ਸਾਈਕਲ ਵਾਲੇ ਵਿਚਾਰੇ ਨੇ ਕੀ ਕਹਿਣਾ ਕਿਸੇ ਪੈਦਲ ਚੱਲਣ ਵਾਲੇ ਨੂੰ? ਸੋ ਮੇਰੀ ਇਹ ਬੇਨਤੀ ਹੈ, ਜੇ ਕਾਰ 'ਤੇ ਹੈ ਤਾਂ ਸਕੂਟਰ ਵਾਲੇ ਦੀ ਕਦਰ ਕਰੋ, ਕਿਉਂਕਿ ਉਹਦੇ ਸਕੂਟਰ ਦੀ ਐਵਰੇਜ ਵੱਧ ਹੈ। ਉਹ ਅਗਰ 40, 45, 50 ਕਿਲੋਮੀਟਰ 1 ਲੀਟਰ ਦੇ ਨਾਲ ਕੱਢ ਰਿਹਾ, ਤੁਸੀਂ ਤਾਂ 20 ਕਿਲੋਮੀਟਰ ਕੱਢ ਰਹੇ ਹੈ, ਤੁਸੀਂ ਤਾਂ ਵੱਧ ਪ੍ਰਦੂਸ਼ਣ ਕਰ ਰਹੇ ਹੈ ਸਕੂਟਰ ਵਾਲੇ ਨਾਲ। ਅਤੇ ਜੇ ਤੁਸੀਂ ਸਕੂਟਰ 'ਤੇ ਹੈ ਤਾਂ ਮਿਹਰਬਾਨੀ ਕਰਕੇ ਸਾਈਕਲ ਵਾਲੇ ਦੀ ਕਦਰ ਕਰੋ, ਕਿਉਂਕਿ ਉਹ ਵਿਚਾਰਾ ਜ਼ੀਰੋ ਪੋਲਿਊਸ਼ਨ ਵਾਲਾ ਬੰਦਾ, ਉਹ ਕੋਈ ਪ੍ਰਦੂਸ਼ਣ ਨਹੀਂ ਕਰ ਰਿਹਾ। ਤੁਸੀਂ ਤਾਂ ਫਿਰ ਪ੍ਰਦੂਸ਼ਣ ਕਰ ਰਹੇ, ਤੁਸੀਂ ਹਾਨੀਕਾਰਕ ਗੈਸਾਂ ਪ੍ਰੋਡਿਊਸ ਕਰ ਰਹੇ, ਅਤੇ ਫਿਰ ਉਹਨੂੰ ਗਾਲਾਂ ਵੀ ਕੱਢਦੇ ਹੋ, ਪਰੇ ਹੋ ਜਾ। ਅਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜੇ ਸਰਕਾਰਾਂ ਨੂੰ ਵੋਟਾਂ ਪਾਉਣੀਆਂ ਅਤੇ ਅਗਰ ਡਿਵੈਲਪਮੈਂਟ ਦੇ ਨਾਂ 'ਤੇ ਉਹਨਾਂ ਨੂੰ ਇਹ ਨਾ ਕਹੋ ਕਿ ਫਲਾਈਓਵਰ ਚਾਹੀਦੇ, ਉਹਨਾਂ ਨੂੰ ਇਹ ਕਹੋ ਕਿ ਸਾਨੂੰ ਸਾਈਕਲ ਟਰੈਕ ਦੇ ਦਿਓ। ਘੱਟ ਤੋਂ ਘੱਟ ਹਰ ਸ਼ਹਿਰ ਦੇ ਵਿੱਚ ਸਾਈਕਲ ਟਰੈਕ ਤਾਂ ਹੋਵੇ ਨਾ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਦੇਖਦਾ ਤਾਂ ਸਾਈਕਲ ਟਰੈਕ ਬਣੇ ਪਏ। ਪਰ ਉਸ ਤੋਂ ਬਾਅਦ ਖੁਸ਼ੀ ਮੈਨੂੰ ਹੋਈ ਸੀ ਜਦੋਂ ਮੈਂ ਚੀਨ ਦੇ ਵਿੱਚ ਦੇਖਿਆ ਜਾ ਕੇ, ਨਾ ਸਿਰਫ ਸਾਈਕਲ ਟਰੈਕ ਨੇ, ਸਾਈਕਲ ਟਰੈਕ ਦੋਵੇਂ ਪਾਸਿਓਂ ਬੰਦ ਨੇ, ਕੋਈ ਸਕੂਟਰ ਆ ਕੇ ਤੁਹਾਡੇ 'ਚ ਨਹੀਂ ਵੱਜ ਸਕਦਾ। ਸਾਈਕਲ ਟਰੈਕ ਦੀਆਂ ਆਪਣੀਆਂ ਗ੍ਰੀਨ ਰੈੱਡ ਲਾਈਟਾਂ ਨੇ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਔਖਾ ਨਹੀਂ ਗਾ, ਤੁਸੀਂ ਸੇਫ ਹੈ ਪੂਰੀ ਤਰ੍ਹਾਂ, ਕੋਈ ਐਕਸੀਡੈਂਟ ਨਹੀਂ। ਹੁਣ ਅੱਜ ਮੈਂ ਇੱਥੇ ਕਈਆਂ ਨੂੰ ਕਹਿੰਦਾ ਵੀ ਸਾਈਕਲ ਚਲਾਈਏ, ਫਿਰ ਮੈਂ ਸੋਚਦਾ ਯਾਰ ਮੈਂ ਕਿਹੜੀ ਗੱਲੋਂ ਕਹਿ ਰਿਹਾ ਸਾਈਕਲ ਚਲਾਈਏ, ਕੀ ਪਤਾ ਕਾਰ ਵਾਲਾ ਆ ਕੇ ਉਹਨੂੰ ਮਾਰ ਦੇਵੇ, ਉਹ ਸੇਫ ਨਹੀਂ ਗਾ। ਅਨਟਿਲ ਐਂਡ ਅਨਲੈਸ ਉਹਨੂੰ ਇੱਕ ਟਰੈਕ ਨਹੀਂ ਮਿਲਦਾ। ਸੋ ਸਾਈਕਲ ਦੇ ਇਸਤੇਮਾਲ, ਜੇ ਤਾਂ ਤੁਸੀਂ ਆਪਦੇ ਮਹੱਲੇ ਵਿੱਚ ਹੀ ਕਿਤੇ ਦੁਕਾਨ 'ਤੇ ਜਾਣਾ ਤਾਂ ਸਾਈਕਲ ਲੈ ਕੇ ਜਾਓ, ਸਕੂਟਰ ਨਾਲ। ਇਹ ਮੈਂ ਯੰਗ ਜਨਰੇਸ਼ਨ ਨੂੰ ਵੀ ਕਹੂੰਗਾ, ਜਿਹੜੇ ਬੱਚੇ ਨੇ ਉਹ ਅੱਧਾ ਕਿਲੋਮੀਟਰ ਵੀ ਕਿਤੇ ਜਾਣਾ ਹੋਵੇ, 200 ਮੀਟਰ ਵੀ ਜਾਣਾ ਹੋਵੇ ਤਾਂ ਮੋਟਰਸਾਈਕਲ 'ਤੇ ਜਾਣਗੇ, ਤੁਰ ਕੇ ਚੱਲ ਜਾਣ, ਸਾਈਕਲ 'ਤੇ ਚੱਲ ਜਾਣ, ਨਾਲੇ ਵਰਜਿਸ਼ ਹੁੰਦੀ ਹੈ, ਨਾਲੇ ਜ਼ੀਰੋ ਪੋਲਿਊਸ਼ਨ ਹੁੰਦਾ। ਅਤੇ ਮੋਟਰਸਾਈਕਲ 'ਤੇ ਜਾਣਗੇ, ਕਾਰ 'ਤੇ ਜਾਣਗੇ ਤਾਂ ਪੋਲਿਊਸ਼ਨ ਤਾਂ ਹੋਊਗਾ, ਤੇਲ ਵੀ ਸਾੜਦੇ। ਸੋ ਇਹ ਸਾਡੇ ਸੋਚਣ ਦੀ ਗੱਲ। ਇਸ ਤੋਂ ਬਾਅਦ ਪਟਾਕੇ, ਸਭ ਤੋਂ ਵੱਡੇ ਪਟਾਕੇ ਨਾ ਚਲਾਈਏ। ਮੈਂ ਫਿਰ ਕਹਿ ਰਿਹਾ
ਕਿ ਇਹ ਸੋਚੋ। ਮੈਂ ਰਾਦਰ ਇੱਥੇ ਇਹ ਗੱਲ ਵੀ ਕਹੂੰਗਾ ਕਿ ਬਹੁਤ ਸਾਰੇ ਸਾਡੇ 'ਚ ਇਹ ਵੀ ਨਹੀਂ ਪਤਾ ਹੋਣਾ ਕਿ ਦੀਵਾਲੀ ਕਿਉਂ ਮਨਾ ਰਹੇ। ਜੇ ਹਿੰਦੂ ਭਰਾ ਨੇ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਦੀਵਾਲੀ ਕਿਸ ਕਰਕੇ ਮਨਾ ਰਹੇ। ਬਸ ਇਹ ਦੀ ਦੀਵਾਲੀ ਪਟਾਕਿਆਂ ਦੀ ਤਿਉਹਾਰ ਹੈ ਬਸ। ਅੱਗੇ ਕਹਿੰਦੇ ਹੁੰਦੇ ਸੀ ਦੀਵਾਲੀ ਮਠਿਆਈਆਂ ਦਾ ਤਿਉਹਾਰ, ਹੁਣ ਉਹ ਵੀ ਨਹੀਂ ਕਹਿੰਦੇ, ਹੁਣ ਕਹਿੰਦੇ ਦੀਵਾਲੀ ਪਟਾਕਿਆਂ ਦਾ ਤਿਉਹਾਰ ਹੈ। ਕਿਉਂ ਬਈ? ਫਿਰ ਜੇ ਦੀਵਾਲੀ ਪਟਾਕਿਆਂ ਦਾ ਤਿਉਹਾਰ ਹੈ ਤਾਂ ਫਿਰ ਵਿਸਾਖੀ ਕਿਉਂ ਨਹੀਂ, ਗੁਰਪੁਰਬ ਕਿਉਂ ਨਹੀਂ, ਈਦ ਕਿਉਂ ਨਹੀਂ? ਫਿਰ ਸਾਰੇ ਲਾਗੇ। ਅਤੇ ਵਿਆਹ ਸ਼ਾਦੀ ਵੀ ਕਹਿੰਦੇ ਬਰਾਤ ਤਦ ਤੱਕ ਨਹੀਂ ਜੱਚਦੀ ਜਦ 4 ਪਟਾਕੇ ਨਾ ਲਾਏ ਹੋਣ। ਇਹ ਸੋਚੋ ਕਿ ਕੀ ਸਾਡਾ ਰਾਈਟ ਹੈ? ਸਾਡਾ ਕੀ ਰਾਈਟ ਹੈ ਕਿ ਅਸੀਂ ਕਿਸੇ ਨੂੰ ਬਿਮਾਰ ਕਰੀਏ, ਕਿਸੇ ਨੂੰ ਸਾਹ ਲੈਣ ਦੀ ਔਕੜ ਦਈਏ, ਸਿਰਫ ਆਪਣੀ ਖੁਸ਼ੀ ਵਾਸਤੇ ਕਿ ਮੈਂ ਕਿੱਡਾ ਵੱਡਾ ਪਟਾਕਾ ਚਲਾਇਆ, ਮੈਂ ਕਿੱਡੀ ਵੱਡੀ ਪਟਾਕੇ ਦੀ ਲੜੀ ਚਲਾਈ ਹੈ। ਕਦੀ ਇਹ ਸੋਚਿਆ ਕਿ ਮੈਂ ਪਟਾਕੇ ਚਲਾ ਕੇ ਰਾਮਚੰਦਰ ਜੀ ਨੂੰ ਖੁਸ਼ ਕੀਤਾ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ ਕੀਤਾ? ਮੈਨੂੰ ਤਾਂ ਲੱਗਦਾ ਉਹ ਪਰੇਸ਼ਾਨ ਹੋਣਗੇ ਉੱਪਰ ਬੈਠੇ, ਯਾਰ ਇਹ ਬੰਦੇ ਕਮਲੇ ਹੋ ਗਏ, ਅਸੀਂ ਇਹਨਾਂ ਨੂੰ ਕੀ ਸਿਖਾਇਆ ਸੀ ਅਤੇ ਇਹ ਕੀ ਕਰਨ ਜੇ। ਕਿਉਂ ਨਾ ਇਹਦੇ ਵਿਰੁੱਧ ਅਸੀਂ ਜਾ ਕੇ ਰਾਮਚੰਦਰ ਜੀ ਦਾ ਜਿਹੜਾ ਸਾਰਾ ਦੇਖੀਏ, ਲਾਈਫ ਹਿਸਟਰੀ ਦੇਖੀਏ ਉਹਨਾਂ ਦੀ, ਉਹਨਾਂ ਨੇ ਕਿੰਨੀ ਸਟਰਗਲ ਕੀਤੀ, ਕਿਉਂ ਕੀਤੀ, ਉਹਦੇ ਤੋਂ ਲੈਸਨ ਲਈਏ। ਕਿ ਅਸੀਂ ਸੋਚੇ ਕਦੀ? ਹਰ ਸਾਲ ਦੀਵਾਲੀ ਮਨਾ ਲੈਂਦੇ ਹਾਂ ਅਤੇ ਮੈਨੂੰ ਪੱਕਾ ਯਕੀਨ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹਨੂੰ ਨਹੀਂ ਪਤਾ ਕਿ ਦੀਵਾਲੀ ਕਿਉਂ ਮਨਾਈ ਦੀ ਹੈ। ਸਿੱਖ ਕਮਿਊਨਿਟੀ ਨੂੰ ਨਹੀਂ, ਜਮਾਂ ਹੀ ਨਹੀਂ ਪਤਾ ਕਿ ਦੀਵਾਲੀ ਕਿਉਂ ਮਨਾਈ ਦੀ ਹੈ। ਕਿ ਸਾਡੇ 6ਵੇਂ ਗੁਰੂ ਰਿਹਾ ਹੋਏ ਸੀ ਕਿਲੇ ਦੇ ਵਿੱਚੋਂ, ਨਾਲ 52 ਰਾਜਿਆਂ ਨੂੰ ਲੈ ਕੇ ਆਏ ਸੀ, ਅਤੇ ਅਸੀਂ ਦੀਵੇ ਬਾਲੋ, ਤੇਲ ਦੇ ਦੀਵੇ ਬਾਲੋ, ਪਰ ਉੱਥੇ ਵੀ ਸਾਡੀ ਹੋੜ ਲੱਗੀ ਹੋਈ ਹੈ ਕਿ ਲਾਈਟਾਂ, ਇਹਨੇ ਮੇਰੇ ਗੁਆਂਢੀ ਨੇ ਇੰਨੀਆਂ ਲਾਈਟਾਂ ਲਾਈਆਂ 1000 ਰੁਪਏ ਦੀਆਂ, ਮੈਂ ਤਾਂ 5000 ਦੀ ਲਾਊਂਗਾ, ਉਹਨੇ 5 ਦੀਆਂ ਲਾਈਆਂ, ਮੈਂ 10 ਦੀਆਂ ਲਾਊਂਗਾ। ਫਿਰ ਤੁਸੀਂ ਕਹਿੰਦੇ ਲੈ ਲਾਈਟਾਂ ਲਾਈਆਂ ਮੈਂ ਪ੍ਰਦੂਸ਼ਣ ਥੋੜ੍ਹੀ ਕੀਤਾ। ਉਹ ਭਾਈ ਲਾਈਟਾਂ ਲਾਈਆਂ ਤਾਂ ਲਾਈਟਾਂ ਦੀ ਜਿਹੜੀ ਬਿਜਲੀ ਹੈ ਤੁਹਾਡੀ ਉਹ ਕਿੱਥੋਂ ਆ ਰਹੀ ਹੈ? ਅੱਜ ਕੱਲ੍ਹ ਤਾਂ ਜ਼ਿਆਦਾ ਬਿਜਲੀ ਬਣਦੀ ਹੈ ਥਰਮਲ ਪਲਾਂਟਸ ਦੇ ਵਿੱਚ, ਅਤੇ ਥਰਮਲ ਪਲਾਂਟਸ ਦੇ ਵਿੱਚ ਕੀ ਬਲਦਾ? ਕੋਲਾ। ਅਤੇ ਕੋਲਾ ਪ੍ਰਦੂਸ਼ਣ ਨਹੀਂ ਕਰਦਾ? ਜਿੰਨਾ ਵੱਧ ਤੁਸੀਂ ਬਿਜਲੀ ਦਾ ਇਸਤੇਮਾਲ ਕਰਦੇ ਹੋ ਓਨਾ ਵੱਧ ਪ੍ਰਦੂਸ਼ਣ ਤੁਸੀਂ ਕਰ ਰਹੇ ਹੋ। ਇਹਨੂੰ ਪੱਲੇ ਬੰਨ੍ਹ ਲਓ ਇਸ ਗੱਲ ਨੂੰ। ਇਹ ਨਾ ਸੋਚਿਓ ਕਦੇ ਵੀ ਕਿ ਮੈਂ ਤਾਂ ਬਿਜਲੀ ਦਾ ਇਸਤੇਮਾਲ ਕਰਦਾ, ਮੇਰੀ ਤਾਂ ਹੁਣ ਕਾਰ ਵੀ ਜਿਹੜੀ ਹੈ ਉਹ ਇਲੈਕਟ੍ਰਿਕ ਕਾਰ ਹੈ। ਉਹ ਭਾਈ ਇਲੈਕਟ੍ਰਿਸਿਟੀ ਵੀ ਕਿੱਥੋਂ ਆਉਣੀ ਹੈ? ਉਹ ਥਰਮਲ ਪਲਾਂਟਸ ਤੋਂ ਆਉਣੀ ਹੈ। ਹਿੰਦੁਸਤਾਨ ਦੇ ਵਿੱਚ ਹਾਲੇ ਤੱਕ ਨਿਊਕਲੀਅਰ ਪਲਾਂਟ ਇੰਨੇ ਜ਼ਿਆਦਾ ਨਹੀਂ ਹੈਗੇ, ਅਸੀਂ ਕਹੀਏ ਕਿ ਨਿਊਕਲੀਅਰ ਪਲਾਂਟ ਤੋਂ ਬਿਜਲੀ ਬਣ ਰਹੀ ਹੈ। ਸਾਡੀ ਜ਼ਿਆਦਾਤਰ ਬਿਜਲੀ ਜਿਹੜੀ ਉਹ ਥਰਮਲ ਪਲਾਂਟ ਤੋਂ ਬਣ ਰਹੀ ਹੈ। ਹਾਈਡਰੋ ਇਲੈਕਟ੍ਰਿਸਿਟੀ ਵੀ ਘੱਟ ਹੈ ਹੁਣ, ਅਤੇ ਥਰਮਲ ਪਲਾਂਟਸ ਤੋਂ ਤਾਂ ਫਿਰ ਕੋਲਾ ਹੀ ਬਲਦਾ ਨਾ, ਅਤੇ ਕੋਲਾ ਫਿਰ ਪ੍ਰਦੂਸ਼ਣ ਤਾਂ ਕਰਦਾ। ਔਰ ਜਿੱਥੇ ਕੋਲੇ ਦਾ ਜਿੱਥੇ ਥਰਮਲ ਪਲਾਂਟ ਹੈ ਉਹਨਾਂ ਜਾ ਕੇ ਸ਼ਹਿਰ ਵਾਲਿਆਂ ਨੂੰ ਪੁੱਛੋ ਉਹਨਾਂ ਦਾ ਕੀ ਹਾਲ ਹੁੰਦਾ, ਜਾਂ ਪਿੰਡਾਂ ਵਾਲਿਆਂ ਨੂੰ ਪੁੱਛੋ ਕੀ ਹਾਲ ਹੁੰਦਾ। ਉਹਨਾਂ ਦੀ ਛੱਤਾਂ 'ਤੇ ਕੋਲੇ ਦੀ ਕਾਲੀ ਤਹਿ ਬਣੀ ਹੁੰਦੀ ਹੈ ਛੱਤਾਂ 'ਤੇ, ਅਤੇ ਜੇ ਛੱਤਾਂ 'ਤੇ ਕਾਲੀ ਤਹਿ ਬਣੀ ਹੁੰਦੀ ਤਾਂ ਉਹਨਾਂ ਦੇ ਫੇਫੜਿਆਂ 'ਚ ਕਿਹੋ ਜਿਹੀ ਤਹਿ ਬਣੀ ਹੋਏਗੀ ਇਹਦਾ ਤੁਸੀਂ ਹਿਸਾਬ ਲਾ ਸਕਦੇ ਹੋ। ਸੋ ਇਹਨੂੰ ਅਸੀਂ ਡਿਵੈਲਪਮੈਂਟ ਕਹਿ ਦਿੰਦੇ ਹਾਂ। ਸਾਨੂੰ ਤਾਂ 24 ਆਵਰ ਬਿਜਲੀ ਮਿਲ ਰਹੀ ਹੈ, ਇਹ ਨਹੀਂ ਅਸੀਂ ਸੋਚਿਆ ਕਦੇ ਕਿ ਬਿਜਲੀ ਬਣਦੀ ਕਿੱਥੇ ਹੈ ਅਤੇ ਉਹਦੇ ਸਾਈਡ ਇਫੈਕਟ ਕੀ ਨੇ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ, ਭਾਵੇਂ ਪਰਾਲੀ ਹੈ ਭਾਵੇਂ ਦੀਵਾਲੀ ਹੈ, ਪ੍ਰਦੂਸ਼ਣ ਦੇ ਬਾਰੇ ਸੋਚੋ। ਭਾਵੇਂ ਕੋਈ ਤਿਉਹਾਰ ਹੈ, ਭਾਵੇਂ ਕੋਈ ਵਿਆਹ ਸ਼ਾਦੀ ਹੈ, ਕਿ ਅਸੀਂ ਘੱਟ ਤੋਂ ਘੱਟ ਬਿਜਲੀ ਦਾ ਇਸਤੇਮਾਲ ਕਰਕੇ, ਘੱਟ ਤੋਂ ਘੱਟ ਪਟਾਕਿਆਂ ਦਾ ਇਸਤੇਮਾਲ ਕਰਕੇ ਵੀ ਤਿਉਹਾਰ ਮਨਾ ਸਕਦੇ ਹਾਂ। ਸੋ ਚੋਇਸ ਜਿਹੜੀ ਹੈ ਤੁਹਾਡੀ ਹੈ, ਤੁਸੀਂ ਸੋਚਣਾ। ਮੈਂ ਇਸ ਵੇਲੇ ਜੇ 50 ਸਾਲ ਦਾ, ਤਾਂ ਮੈਂ ਸੋਚਣਾ ਮੈਂ ਆਪਣੇ ਬੱਚੇ, ਮੇਰੇ ਪੋਤੇ, ਮੇਰੀ ਪੋਤੀਆਂ, ਉਹਨਾਂ ਨੂੰ ਮੈਂ ਕਿਹੋ ਜਿਹੀ ਹਵਾ ਦੇ ਰਹੇ, ਉਹ ਕਿਸ ਹਵਾ ਦੇ ਵਿੱਚ ਸਾਹ ਲੈ ਰਹੇ। ਜੇ ਮੈਂ ਇਹ ਨਹੀਂ ਸੋਚ ਰਿਹਾ ਤਾਂ ਫਿਰ ਮੈਨੂੰ ਲੱਗਦਾ ਕਿ ਮੈਂ ਪਤਾ ਨਹੀਂ ਪਰਮਾਤਮਾ ਨੂੰ ਕੀ ਜਵਾਬ ਦਊਂਗਾ ਜਾ ਕੇ, ਔਰ ਸ਼ਾਇਦ ਮੇਰੇ ਤੋਂ ਵੱਡਾ ਪਾਪੀ ਕੋਈ ਵੀ ਨਹੀਂ ਹੋਊਗਾ। ਕਦੀ ਇਹ ਨਾ ਸੋਚਿਓ ਕਿ ਮੇਰੇ ਕੋਲ ਪੈਸੇ ਹੈਗੇ ਆ, ਮੈਂ ਪਟਾਕੇ ਚਲਾਵਾਂ, ਮੈਂ ਜਿੰਨੀ ਮਰਜ਼ੀ ਬਿਜਲੀ ਖਰਚ ਕਰਾਂ, ਮੈਂ ਜਿਹੀ ਜੀ ਵੱਡੀ ਤੋਂ ਵੱਡੀ ਗੱਡੀ ਚਲਾਵਾਂ, ਮੇਰੇ ਕੋਲ ਪੈਸੇ। ਪਰ ਪੈਸੇ ਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਵਾਤਾਵਰਨ ਨੂੰ ਖਰਾਬ ਕਰੋ। ਅਤੇ ਜੇ ਤੁਸੀਂ ਵਾਤਾਵਰਨ ਨੂੰ ਖਰਾਬ ਕਰ ਰਹੇ ਤਾਂ ਇਹਦਾ ਮਤਲਬ ਹੈ ਤੁਸੀਂ ਪਰਮਾਤਮਾ ਦੇ ਉਲਟ ਜਾ ਰਹੇ।
ਕਿਉਂਕਿ ਪ੍ਰਮਾਤਮਾ ਨੇ ਸਾਡੀ ਧਰਤੀ 'ਤੇ ਸਾਡੇ ਜਿਉਣ ਵਾਸਤੇ ਇੱਕ ਸਿਸਟਮ ਬਣਾਇਆ ਸੀ, ਜਿਸ ਸਿਸਟਮ ਨੂੰ ਅਸੀਂ ਖਰਾਬ ਕੀਤਾ। ਸੋ ਇੱਕ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਹੈ, ਪਟਾਕੇ ਚਲਾਉਣ ਦੇ ਨਾਲ ਦੀਵਾਲੀ ਨਹੀਂ ਮਨਾਈ ਜਾਂਦੀ। ਦੀਵਾਲੀ ਮਨਾਉਣ ਦੇ, ਖੁਸ਼ੀਆਂ ਮਨਾਉਣ ਦੇ ਹੋਰ ਬੜੇ ਤਰੀਕੇ ਨੇ। ਰਾਮਚੰਦਰ ਜੀ ਹੋਣ, ਭਾਵੇਂ ਹਰਗੋਬਿੰਦ ਸਾਹਿਬ ਜੀ ਹੋਣ, ਉਹਨਾਂ ਦੀ ਲਾਈਫ ਤੋਂ ਸਿੱਖਿਆ ਲਈਏ। ਮਠਿਆਈਆਂ ਖਾਓ, ਖੁਸ਼ੀਆਂ ਮਨਾਓ, ਭੰਗੜੇ ਪਾਓ, ਪਰ ਹਵਾ ਨੂੰ ਪ੍ਰਦੂਸ਼ਿਤ ਨਾ ਕਰੋ। ਰੱਬ ਦਾ ਵਾਸਤਾ ਹੈ, ਉਹਨਾਂ ਗੁਰੂਆਂ ਦਾ ਵਾਸਤਾ ਹੈ, ਰਾਮਚੰਦਰ ਜੀ ਦਾ ਵਾਸਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਸਤਾ ਹੈ। ਹਵਾ ਨੂੰ ਪ੍ਰਦੂਸ਼ਿਤ ਨਾ ਕਰੋ, ਕਿਉਂਕਿ ਜੇ ਤੁਸੀਂ ਹਵਾ ਨੂੰ ਪ੍ਰਦੂਸ਼ਿਤ ਕਰੋਗੇ, ਉਹਨਾਂ ਗੁਰੂਆਂ ਨੂੰ ਦੁਖੀ ਕਰੋਗੇ, ਅਤੇ ਤੁਸੀਂ ਪ੍ਰਮਾਤਮਾ ਦੇ ਉਲਟ ਚੱਲੋਗੇ। ਅਤੇ ਜੇ ਪ੍ਰਮਾਤਮਾ ਦੇ ਉਲਟ ਚੱਲਦੇ ਆ ਤਾਂ ਫਿਰ ਬਖਸ਼ਦਾ ਤਾਂ ਫਿਰ ਪ੍ਰਮਾਤਮਾ ਵੀ ਨਹੀਂ। ਇਹ ਹੁਣ ਤੁਸੀਂ ਆਪ ਸੋਚ ਲਓ। ਥੈਂਕ ਯੂ ਵੈਰੀ ਮੱਚ। ਟੇਕ ਕੇਅਰ ਆਫ ਯੂਰਸੈਲਫ। ਗੋਡ